जो तो प्रेम खेलन का चाओ। सिर पर तली गली मेरी आओ। इत मार्ग पैर तरीजै सिर दीजै कान न कीजै। इत मार्ग पैर तरीजै सिर दीजै कान न कीजै। आए प्रभ शरणागति कृपा निध दयाल। एक अखर हर मन बस्त नानक होत निहाल। एक अखर हर मन बस्त नानक होत निहाल। सगल गुणा के दाते स्वामी बिनो सुनो एक दीना। देहो दर्श नानक बलहारी जियड़ा बल बल कीना। सन्मानयोग गुरु की साजी हुई गुरु रूप साध संगत जी, गुरु गरीब नवाज दीन अते दुनी दे पातशाह साहिब कमाल साहिब श्री गुरु ग्रंथ साहिब जी महाराज, जिन्हां दे चरनां विच सजन दा सुभाग भरिया समां वाहिगुरु जी ने सानू बख्शिया है। सो आओ गुरबाणी दी विचार नूं आरंभ करन तो प्रथम ये अमृत वेले दा आनंद माणीए। गुरबाणी दी विचार नूं आरंभ करन तो प्रथम प्यार सहित आखना करिए जी वाहिगुरु जी का खालसा वाहिगुरु जी की फतेह। अज दा जो पावन बचन है ये शहीदां दे सिरताज गुरु अर्जन देव जी पातशाह जी उन्हां दी रसना तो गायन किया होया है, जो कि राग जैतसरी दे विच 702 अंग ते गुरु ग्रंथ साहिब जी महाराज विच अंकित है, दर्ज है। इस शब्द दे अंदर गुरु पातशाह जी कुछ छोटे छोटे पंछी हैं जिन्हां दियां उदाहरणां दे के उन्हां दी जिहड़ी प्रीत है ओहो जी प्रीत बनाउण लई सिख नूं अपने गुरु नाल प्यार करन लई आख रहे आ। उन्हां पंछियां दे विचों एक बाबीहा पंछी आ, दूसरे नंबर ते चकवी चकवा है, फिर एक मच्छी की उदाहरण गुरु पातशाह जी ने दिती है। क्योंकि जिहड़ा चातरिक बबीहा पंछी आ वो पानी की सवाती बूंद तो बिना बहुत प्रियो प्रियो भी करदा ते बाबीहा प्रियो प्रियो करे
ਜਲਨਿਤ ਪ੍ਰੇਮ ਪਿਆਰ, ਤੇ ਉਹਦੀ ਜਿਹੜੀ ਸਵਾਤੀ ਬੂੰਦ ਨੂੰ ਪ੍ਰਾਪਤ ਕਰਨ ਦੀ ਤੜਫ ਹੁੰਦੀ ਹੈ, ਤੇ ਉਹਦੇ ਵਿੱਚ ਉਹਦੇ ਗਾਏ ਹੋਏ ਜਿਹੜੇ ਨਗਮੇ ਆ, ਗੀਤ ਆ, ਉਹਨਾਂ ਵਿੱਚ ਬਹੁਤ ਦਰਦ ਵੀ ਹੁੰਦਾ, ਵਿਰਾਗ ਵੀ ਹੁੰਦਾ, ਖਿੱਚ ਵੀ ਹੁੰਦੀ ਆ। ਤਾਂ ਸਿੱਖ ਵੀ ਗੁਰੂ ਦੇ ਦਰਸ਼ਨਾਂ ਲਈ ਜਦੋਂ ਤਾਂਘਦਾ, ਉਹ ਵੀ ਪਪੀਹੇ ਦੀ ਅਵਸਥਾ ਵਿੱਚ ਪਹੁੰਚ ਕੇ ਹੀ ਬਾਬੀਹਾ ਅੰਮ੍ਰਿਤ ਵੇਲੇ ਬੋਲਿਆ, ਤਾਂ ਦਰ ਸੁਣੀ ਪੁਕਾਰ, ਮੇਘੇ ਨੂੰ ਫੁਰਮਾਨ ਹੁਆ ਵਰਸੋ ਕਿਰਪਾ ਧਾਰ, ਹਉ ਤਿਨਕੈ ਬਲਹਾਰਣ ਜਿਨੀ ਸੱਚ ਰੱਖਿਆ ਉਰ ਧਾਰ। ਤਾਂ ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਤਰ੍ਹਾਂ ਹੀ ਉਹ ਜਿਹੜਾ ਬਬੀਹਾ ਹੈ ਤੇ ਉਹਦੇ ਅੰਦਰ ਜਿਹੜੀ ਖਿੱਚ ਆ ਸਵਾਤੀ ਬੂੰਦ ਪ੍ਰਤੀ, ਮੀਂਹ ਦੀਆਂ ਬੂੰਦਾਂ ਪ੍ਰਤੀ, ਜੋ ਮੰਨਿਆ ਜਾਂਦਾ ਉਹਦੇ ਸਿਰ ਵਿੱਚ ਡਿੱਗਦੀਆਂ ਤੇ ਉਹਨੂੰ ਉਹਦੀ ਪਿਆਸ ਨੂੰ ਬੁਝਾਉਂਦੀਆਂ ਨੇ, ਫਿਰ ਉਹ ਸ਼ਾਂਤ ਹੁੰਦਾ। ਸਿੱਖ ਨੂੰ ਵੀ ਐਵੇਂ ਹੀ ਕੀਰਤਨ ਦੇ ਨਾਲ ਪ੍ਰੇਮ ਹੁੰਦਾ, ਗੁਰੂ ਦੇ ਸ਼ਬਦ ਨਾਲ ਪ੍ਰੀਤੀ ਹੁੰਦੀ ਹੈ। ਜਿੰਨਾ ਸਮਾਂ ਸ਼ਬਦ ਉਹਦੇ ਕੰਨਾਂ ਵਿੱਚ ਜਾਂਦਾ ਨਹੀਂ, ਉਹਨੂੰ ਵੀ ਸ਼ਾਂਤੀ ਨਹੀਂ ਆਉਂਦੀ। ਜੈਤ ਸਰੀ ਮਹੱਲਾ ਪੰਜਵਾ। ਜੈਤ ਸਰੀ ਰਾਗ ਦਾ ਇਹ ਸ਼ਬਦ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਚਾਤ੍ਰਿਕ ਚਿਤਵਤ। ਚਾਤ੍ਰਿਕ ਤੋਂ ਭਾਵ ਬਬੀਹਾ, ਚਿਤਵਤ ਚਾਹੁੰਦਾ ਹੈ ਬਰਸਤ ਮੇਹ, ਮੀਂਹ ਦੀਆਂ ਬੂੰਦਾਂ। ਬਬੀਹਾ ਹਮੇਸ਼ਾ ਬਰਸਤ ਮੇਹ ਚਾਹੁੰਦਾ ਹੈ ਵਰਖਾ ਹੋਵੇ, ਵਰਖਾ ਹੋਵੇਗੀ, ਪਾਣੀ ਦੀ ਬੂੰਦ ਉਹਦੇ ਸਿਰ ਦੇ ਉੱਪਰ ਜੋ ਸੁਰਾਖ ਆ ਉਹਦੇ ਵਿੱਚ ਜਾ ਕੇ ਪਵੇਗੀ ਤੇ ਉਹਦੇ ਨਾਲ ਫਿਰ ਉਹਦੀ ਤੇਹ ਬੁਝੇਗੀ। ਹਮੇਸ਼ਾ ਚਾਹੁੰਦਾ ਕਿ ਵਰਖਾ ਹੁੰਦੀ ਰਹੇ, ਹੁੰਦੀ ਰਹੇ, ਕਦੇ ਮੀਂਹ ਪੈਣੋਂ ਨਾ ਹਟੇ। ਚਾਤ੍ਰਿਕ ਚਿਤਵਤ ਬਰਸਤ ਮੇਹ। ਇੱਕ ਛੋਟਾ ਜਿਹਾ ਬੋਟ ਪਰਿੰਦਾ ਇਹ ਇਸ ਤਰ੍ਹਾਂ ਦੀਆਂ ਵਾਰ-ਵਾਰ ਬੇਨਤੀਆਂ ਕਰਦਾ ਮਾਲਕ ਦੇ ਅੱਗੇ, ਕਿਰਪਾ ਸਿੰਧ ਕਰਨਾ ਪ੍ਰਭ ਧਾਰੋ, ਹਰ ਪ੍ਰੇਮ ਭਗਤ ਕੋ ਨੇਹ। ਕਿਰਪਾ ਦੇ ਸਾਗਰ ਜੀ, ਦਇਆ ਦੇ ਕਰਨਾ ਦੇ ਦਾਤੇ ਜੀ, ਬਿਲਕੁਲ ਇਸੇ ਤਰ੍ਹਾਂ ਹੀ ਮੈਨੂੰ ਪ੍ਰੇਮ ਭਗਤੀ ਬਖਸ਼ੋ, ਜਿਸ ਤਰ੍ਹਾਂ ਇੱਕ ਚਾਤ੍ਰਿਕ, ਇੱਕ ਬਬੀਹੇ ਦੀ ਪ੍ਰੀਤ ਜਿਹੜੀ ਆ ਪਾਣੀ ਦੀਆਂ ਬੂੰਦਾਂ ਨਾਲ ਹੁੰਦੀ ਆ, ਵਰਖਾ ਨਾਲ ਹੁੰਦੀ ਆ, ਜਿਵੇਂ ਮੋਰ ਦੀ ਬੱਦਲਾਂ ਨਾਲ ਪ੍ਰੀਤ ਹੁੰਦੀ ਆ। ਕਾਲੇ ਬੱਦਲ ਵੇਖ ਕੇ ਤੇ ਮੋਰ ਪਹਿਲਾਂ ਪਾਉਂਦੇ ਆ, ਨੱਚਦੇ ਆ, ਬਬੀਹੇ ਖੁਸ਼ ਹੁੰਦੇ ਆ। ਇਸ ਤਰ੍ਹਾਂ ਹੀ ਮੇਰੀ ਪ੍ਰੀਤ ਜਿਹੜੀ ਆ ਉਹ ਮਾਲਕ ਜੀ ਤੁਹਾਡੇ ਚਰਨਾਂ ਦੇ ਨਾਲ ਬਣੇ, ਫਿਰ ਸੰਪੂਰਨ ਰੂਪ ਦੇ ਵਿੱਚ ਗੱਲ ਬਣੇਗੀ। ਚਾਤ੍ਰਿਕ ਚਿਤਵਤ ਬਰਸਤ ਮੇਹ। ਗੁਰੂ ਨਾਨਕ ਸਾਹਿਬ ਜੀ ਦੀ ਜੀਵਨ ਦੀ ਇੱਕ ਸਾਖੀ ਹੈ। ਬਚਪਨ ਦੇ ਵਿੱਚ ਜਦੋਂ ਆਪ ਜੀ ਨੇ ਬੰਦਗੀ ਕੀਤੀ, ਇਸ ਕਰਕੇ ਬੋਲ ਮਰਦਾਨਿਆਂ ਕਿਤਾਬ ਹੈ ਇੱਕ, ਸਰਦਾਰ ਜਸਵੀਰ ਸਿੰਘ ਮੰਡ ਉਹਨਾਂ ਦੀ ਲਿਖੀ ਹੋਈ। ਉਹਦੇ ਵਿੱਚ ਇੱਕ ਸ਼ਬਦ ਹੈ ਬਹੁਤ ਪਿਆਰਾ, ਕਹਿੰਦੇ ਨੇ, ਜੇਕਰ ਪੁੱਤ ਡਾਕੂ ਬਣ ਜਾਵੇ ਤਾਂ ਮਾਂ ਪਿਓ ਨੂੰ ਬਰਦਾਸ਼ਤ ਕਰ ਲੈਂਦੇ ਆ, ਪਰ ਜੇਕਰ ਪੁੱਤਰ ਸਾਧ ਹੋ ਜੇ ਫਿਰ ਉਹਨੂੰ ਬਰਦਾਸ਼ਤ ਕਰਨਾ ਬਹੁਤ ਔਖਾ। ਦੁਬਾਰਾ ਦੁਹਰਾ ਦਈਏ ਉਹਨਾਂ ਦੀ ਗੱਲ। ਬੋਲ ਮਰਦਾਨਿਆਂ ਕਿਤਾਬ ਹੈ, ਨਾਵਲ ਹੈ ਇੱਕ, ਜਿਹਦੇ ਵਿੱਚ ਭਾਈ ਮਰਦਾਨਾ ਜੀ ਦੇ ਬਾਰੇ ਤੇ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਜ਼ਿਕਰ ਆ। ਉਹਦੇ ਵਿੱਚ ਉਹਨਾਂ ਦੇ ਲੇਖਕ ਲਿਖਦੇ ਆ, ਜਸਵੀਰ ਸਿੰਘ ਮੰਡ, ਕਿ ਪੁੱਤ ਡਾਕੂ ਹੋ ਜੇ, ਲਟੇਰਾ ਹੋ ਜੇ, ਤੇ ਮਾਂ ਪਿਓ ਜਿਹੜੇ ਆ ਉਹ ਬਰਦਾਸ਼ਤ ਕਰ ਲੈਂਦੇ ਆ, ਜਰ ਲੈਂਦੇ ਇਸ ਗੱਲ ਨੂੰ, ਪਰ ਜੇ ਪੁੱਤ ਸਾਧ ਹੋ ਜੇ ਉਹਨੂੰ ਬਰਦਾਸ਼ਤ ਕਰਨਾ ਬਹੁਤ ਔਖਾ।
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਉਹਨਾਂ ਦਾ ਜਿਹੜਾ ਜੀਵਨ ਹੈ, ਬਚਪਨ ਦੇ ਵਿੱਚ ਰਾਤ ਦੇ ਲਗਭਗ 2 ਵਜੇ ਉਹਨਾਂ ਨੇ ਬਚਪਨ ਦੇ ਵਿੱਚ ਹੀ ਇੱਧਰਲੇ ਪਾਸਿਓਂ ਬਬੀਹਾ ਬੋਲ ਰਿਹਾ, ਕਮਰੇ ਦੇ ਵਿੱਚ ਬੰਦ ਗੁਰੂ ਨਾਨਕ ਸਾਹਿਬ ਜੀ ਕੁਝ ਕਹਿ ਰਹੇ ਆ, ਕਹਿ ਇਹ ਰਹੇ ਆ, ਪਰਮਾਤਮਾ ਦੇ ਗੀਤ ਗਾ ਰਹੇ ਆ। ਸਾਰੇ ਪਰਿਵਾਰ ਦੇ ਜੀ ਸੁੱਤੇ ਪਏ ਆ। ਮਾਤਾ ਤ੍ਰਿਪਤਾ ਜੀ ਦੀ ਅਚਾਨਕ ਜਾਗ ਖੁੱਲ੍ਹਦੀ ਆ ਅਤੇ ਉਹ ਆ ਕੇ ਫਿਰ ਉਹਨਾਂ ਦਾ ਜਿਹੜਾ ਬੂਹਾ ਦਰਵਾਜ਼ਾ ਖੜਕਾਉਂਦੇ ਆ। ਉਹ ਵੀ ਇਹ ਸਵਾਲ ਕਰਦੇ ਆ, ਪੁੱਤਰ ਨਾਨਕ, ਰਾਤ ਬਹੁਤ ਹੋ ਗਈ ਆ, ਅੱਧੀ ਗੁਜ਼ਰ ਗਈ ਆ ਰਾਤ ਅਤੇ ਚੌਥਾ ਪਹਿਰ ਚੱਲ ਰਿਹਾ ਰਾਤ ਦਾ, ਤੂੰ ਹਜੇ ਤੱਕ ਸੁੱਤਾ ਨਹੀਂ, ਸਾਰੇ ਜਣੇ ਸੌਂ ਚੁੱਕੇ। ਉਦੋਂ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਮਾਤਾ ਜੀ ਤੋਂ ਪੁੱਛਿਆ ਸੀ, ਤ੍ਰਿਪਤਾ ਜੀ ਤੋਂ, ਕਿ ਇਹ ਬਬੀਹਾ ਇੱਕ ਪੰਛੀ, ਇੱਕ ਪਰਿੰਦਾ ਕਿਉਂ ਬੋਲਦਾ ਮਾਂ? ਪਹਿਲਾਂ ਉਹ ਜਵਾਬ ਦਿਓ, ਮੈਂ ਫਿਰ ਜਵਾਬ ਦੇਵਾਂਗਾ। ਤਾਂ ਮਾਤਾ ਜੀ ਨੇ ਉਦੋਂ ਇਹੀ ਆਖਿਆ ਕਿ ਪੁੱਤਰ, ਇਹ ਚਾਤ੍ਰਿਕਾ ਪਪੀਹਾ ਹੈ, ਇਹਦਾ ਸੁਭਾਅ ਹੀ ਇੱਦਾਂ ਹੈ, ਇਹ ਉਦੋਂ ਤੱਕ ਬੋਲੀ ਜਾਂਦਾ ਜਦੋਂ ਤੱਕ ਮੀਂਹ ਨਹੀਂ ਪੈਣੋਂ ਹਟਦਾ ਜਾਂ ਮੀਂਹ ਪੈਂਦਾ ਨਹੀਂ, ਉਦੋਂ ਤੱਕ ਇਹਨੇ ਬੋਲੀ ਜਾਣਾ। ਇਹ ਇਹੋ ਜਿਹਾ ਪੰਛੀ ਇਹੋ ਜਿਹਾ ਹੈ, ਪਰਮਾਤਮਾ ਨੇ ਇਹਨੂੰ ਬਣਾਇਆ ਹੀ ਇੱਦਾਂ ਹੈ, ਇਹਦਾ ਸੁਭਾਅ ਹੀ ਇੱਦਾਂ ਦਾ। ਇਹ ਪਾਣੀ ਭਾਲਦਾ, ਮੀਂਹ ਭਾਲਦਾ, ਵਰਖਾ ਦਾ ਮੌਸਮ ਇਹਨੂੰ ਚੰਗਾ ਲੱਗਦਾ, ਉਹਨੂੰ ਉਡੀਕਣ ਲਈ ਆਵਾਜ਼ਾਂ ਮਾਰਦਾ। ਗੁਰੂ ਨਾਨਕ ਸਾਹਿਬ ਜੀ ਨੇ ਬਿਲਕੁਲ ਇਸੇ ਤਰ੍ਹਾਂ ਕਿਹਾ, ਫਿਰ ਮਾਤਾ ਜੀ, ਇਹ ਜਨਮਾਂ ਜਨਮਾਂ ਦਾ ਪਿਆਸਾ ਤਾਂ ਨਹੀਂ ਹੋਵੇਗਾ, ਇਹ ਤਾਂ ਇਸੇ ਜਨਮ 'ਚ ਹੀ ਪਰਿੰਦਾ ਬਣਿਆ, ਇਹਨੂੰ ਇਹ ਜਨਮ ਵਿੱਚ ਪਿਆਸ ਲੱਗੀ ਆ, ਮੀਂਹ ਦੀਆਂ ਬੂੰਦਾਂ ਭਾਲਦਾ, ਵਰਖਾ ਦਾ ਮੌਸਮ ਲੱਭਦਾ, ਤਾਂ ਹੀ ਇਹ ਆਵਾਜ਼ਾਂ ਪ੍ਰਿਯੋ ਪ੍ਰਿਯੋ ਦੀਆਂ ਦਿੰਦਾ ਹੈ। ਪਰ ਮੈਂ ਤਾਂ ਬਹੁਤ ਜਨਮਾਂ ਤੋਂ ਹੀ ਆਪਣੇ ਮਾਲਕ ਤੋਂ ਵਿਛੜਿਆ ਹਾਂ, ਦਿਨ ਰਾਤ ਉਹਦੇ ਗੁਣ ਗਾਊਂਗਾ ਅਤੇ ਪਹੁੰਚ ਸਕਾਂਗਾ। ਰਾਤ ਦੇ 2 ਵੱਜਦੇ ਆ, 3 ਵੱਜਦੇ ਆ ਅਤੇ ਮੈਨੂੰ ਇਹਦੇ ਨਾਲ ਕੋਈ ਅਰਥ ਨਹੀਂ, ਭਾਵ ਕਿ ਦਿਨੇ ਰਾਤੀ ਆਰਾਧੋਂ ਪਿਆਰੇ, ਨਿਮਖ ਨ ਕੀਜੈ ਢੀਲਾ, ਦਿਨੇ ਵੀ ਅਤੇ ਰਾਤ ਨੂੰ ਵੀ ਤੈਨੂੰ ਯਾਦ ਰੱਖਾਂਗਾ, ਇੰਨੇ ਗੀਤ ਗਾਵਾਂਗਾ ਬਬੀਹੇ ਵਾਂਗ, ਫੇਰ ਕਿਤੇ ਪਹੁੰਚ ਹੋਵੇਗਾ। ਬਾ ਬੀਹਾ ਪ੍ਰਿਯੂ ਪ੍ਰਿਯੂ ਕਰੇ, ਜਲ ਨਿਧ ਪ੍ਰੇਮ ਪਿਆਰ, ਚਾਤ੍ਰਿਕ ਚਿਤਵਤ ਬਰਸਤ ਮੇਂ। ਤਾਂ ਉਹ ਇੱਕ ਛੋਟੇ ਜਿਹੇ ਪਰਿੰਦੇ ਦੀ ਪ੍ਰੀਤੀ ਜਿਹੜੀ ਆ ਬਹੁਤ ਜ਼ਿਆਦਾ, ਮੀਂਹ ਦੀਆਂ ਬੂੰਦਾਂ ਨਾਲ। ਸਿੱਖ ਦੀ ਪ੍ਰੀਤੀ ਬਹੁਤ ਆ ਆਪਦੇ ਗੁਰੂ ਦੇ ਨਾਲ, ਭਗਤਾਂ ਦੀ ਪ੍ਰੀਤੀ ਬਹੁਤ ਆਪਦੇ ਰੱਬ ਦੇ ਨਾਲ, ਸੂਰਬੀਰਾਂ ਦੀ ਪ੍ਰੀਤੀ ਬਹੁਤ ਹੈ ਕਲਗੀਧਰ ਪਾਤਸ਼ਾਹ ਜੀ ਦੇ ਨਾਲ। ਕਿਰਪਾ ਸਿੰਧ ਕਰਨਾ ਪ੍ਰਭ ਧਾਰੁ, ਹਰ ਪ੍ਰੇਮ ਭਗਤ ਕੋ ਨੇਹ। ਕਿਰਪਾ ਦੇ ਸਾਗਰ ਜੀ, ਕਿਰਪਾ ਕਰੋ ਮੇਰੇ 'ਤੇ ਮੈਨੂੰ ਫਿਰ ਆਪਦੀ ਭਗਤੀ ਨਾਲ ਜੋੜ ਲਓ, ਆਪਣੇ ਪ੍ਰੇਮ ਅਤੇ ਵੈਰਾਗ ਨੂੰ ਬਖਸ਼ ਕੇ ਮੇਰੀ ਵੀ ਜ਼ਿੰਦਗੀ ਸਵਾਰ ਦਿਓ। ਹੁਣ ਭਾਈ ਨੰਦ ਲਾਲ ਸਾਹਿਬ ਜੀ ਆਪਣੀ ਜੋ ਗਜ਼ਲ ਹੈ, ਜੋ ਆਪਾਂ ਲੜੀਵਾਰ ਸਰਵਣ ਕਰਦੇ ਹਾਂ, ਗਜ਼ਲ ਨੰਬਰ 19 ਦੇ ਵਿੱਚ ਆਖਦੇ ਆ, ਹੇ ਵੈਦ, ਵੈਦ ਨੂੰ ਸੰਬੋਧਨ ਕਰਕੇ ਕਹਿ ਰਹੇ ਆ ਕਿ ਜਿਹੜੇ ਕਠੋਰ ਚਿੱਤ ਵਾਲੇ ਬੰਦੇ ਹੁੰਦੇ ਆ, ਬੇਦਰਦ ਜਿਹੜੇ ਹੁੰਦੇ ਆ, ਜਿਨ੍ਹਾਂ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਹੁੰਦਾ, ਜੋ ਪਿਘਲਦੇ ਨਹੀਂ ਹੈਗੇ ਸੇਕ ਲੱਗੇ ਤੋਂ ਕਿਸੇ ਨੂੰ। ਜਿਵੇਂ ਸੰਤ ਤਾਂ ਮੱਖਣ ਜੈਸਾ ਹੁੰਦਾ, ਮੱਖਣ ਤੋਂ ਵੀ ਕਿਤੇ ਕੋਮਲ, ਮੱਖਣ ਨੂੰ ਸੇਕ ਦਈਏ ਅਤੇ ਪਿਘਲ ਜਾਂਦਾ। ਸੰਤ ਇਸ ਤੋਂ ਵੀ ਕੋਮਲ ਹੁੰਦੇ ਆ, ਸੇਕ ਦੂਜੇ ਨੂੰ ਲੱਗੇ ਅਤੇ ਸੰਤ ਪਿਘਲ ਜਾਂਦੇ ਆ। ਪਰ ਇਹ ਵੈਦ ਜੀ, ਜਿਹੜੇ ਬੇਦਰਦ ਲੋਕ ਹੁੰਦੇ ਆ, ਕਠੋਰ ਚਿੱਤ ਹੁੰਦੇ ਆ, ਉਹਨਾਂ ਨੂੰ ਦੱਸੋ ਗੁਰੂ ਦੀ ਜਿਹੜੀ ਦਿੱਤੀ ਹੋਈ ਦਵਾਈ ਆ, ਦਾਰੂ ਆ, ਉਹ ਕੀ ਕਰ ਸਕਦੀ ਆ।
ਜੇ ਬੰਦਿਆ ਤੇਰੀਆਂ ਲੱਤਾਂ ਹੀ ਲੰਗੜੀਆਂ ਹੋਣ ਜਾਂ ਤੇਰੇ ਪੈਰ ਹੀ ਲੰਗੜੇ ਹੋਣ ਤਾਂ ਰਾਹ ਦਿਖਾਉਣ ਵਾਲਾ ਕੀ ਕਰ ਸਕਦਾ ਹੈ। ਭਾਈ ਨੰਦ ਲਾਲ ਸਾਹਿਬ ਜੀ ਪਹਿਲੀ ਨਜ਼ਮ ਦੇ ਵਿੱਚ ਪਹਿਲੀ ਪੰਕਤੀ ਵਿੱਚ ਆਖ ਰਹੇ ਆ, ਹੇ ਵੈਦ, ਕਠੋਰ ਚਿੱਤ ਵਾਲੇ ਜਿਹੜੇ ਲੋਕ ਹੁੰਦੇ ਆ ਉਹਨਾਂ ਨੂੰ ਗੁਰੂ ਮਹਾਰਾਜ ਦੀ ਦਿੱਤੀ ਦਵਾਈ ਕੀ ਅਸਰ ਕਰ ਸਕਦੀ ਆ। ਜਿਨ੍ਹਾਂ ਦੀਆਂ ਲੱਤਾਂ ਜਿਨ੍ਹਾਂ ਦੇ ਪੈਰ ਹੀ ਲੰਗੜੇ ਹੋਣ ਤਾਂ ਰਾਹ ਦਿਖਾਉਣ ਵਾਲਾ ਉਹਨਾਂ ਨੂੰ ਕੀ ਕਰ ਸਕਦਾ। ਇਸ ਤਰ੍ਹਾਂ ਦੇ ਕੁਝ ਲੋਕ ਨੇ ਜਿਨ੍ਹਾਂ ਦਾ ਜੀਵਨ ਬੇਦਰਦ ਹੈ, ਜਿਨ੍ਹਾਂ ਦਾ ਜੀਵਨ ਕਠੋਰ ਚਿੱਤਾ, ਜਿਹੜੇ ਬੇਦਰਦ ਜਿਹੇ ਇਨਸਾਨ ਹਨ, ਜਿਨ੍ਹਾਂ ਦੇ ਪੈਰ ਵੀ ਲੰਗੜੇ ਆ, ਲੱਤਾਂ ਵੀ ਲੰਗੜੀਆਂ ਨੇ, ਚੰਗੇ ਪਾਸੇ ਜਾਣ ਤੋਂ ਜੋ ਝਿਜਕਦੇ ਆ, ਉਹਨਾਂ ਨੂੰ ਕਿਹਾ ਉਹਨਾਂ ਨੂੰ ਰਾਹ ਦਿਖਾਉਣ ਵਾਲਾ ਗੁਰੂ ਦੱਸੋ ਕੀ ਕਰੇ। ਕਬੀਰ ਸਾਹਿਬ ਜੀ ਨੇ ਵੀ ਇਹੀ ਆਖਿਆ ਕਿ ਸਾਚਾ ਸਤਿਗੁਰ ਕਿਆ ਕਰੇ ਕਬੀਰ, ਜਿਉਂ ਸਿੱਖਾਂ ਮੈਂ ਚੂਕ, ਅੰਧੇ ਲੋਕ ਨਾ ਜਾਣੇ, ਜਿਉਂ ਬਾਂਸ ਵਜਾਈਏ ਫੂਕ। ਬਿਲਕੁਲ ਭਗਤ ਕਬੀਰ ਸਾਹਿਬ ਜੀ ਆਖਦੇ ਆ ਕਿ ਉਹ ਅੰਧੇ ਜਿਹੜੇ ਲੋਕ ਆ ਜਿਨ੍ਹਾਂ ਨੂੰ ਗੁਰੂ ਬਹੁਤ ਸਮਝਾਉਂਦਾ ਪਰ ਉਹ ਸੁਣਦੇ ਕੋਈ ਨਹੀਂ। ਉੱਥੇ ਗੁਰੂ ਦੀ ਕੋਈ ਗਲਤੀ ਨਹੀਂ, ਉੱਥੇ ਜੇ ਸਿੱਖਾਂ ਵਿੱਚ ਹੀ ਉਣਤਾਈ ਆ, ਉੱਥੇ ਗੁਰੂ ਦੱਸੋ ਕੀ ਕਰੇ। ਕਬੀਰ ਸਾਹਿਬ ਜੀ ਵੀ ਕਹਿ ਰਹੇ ਆ, ਉਹੀ ਗੱਲ ਭਾਈ ਨੰਦ ਲਾਲ ਜੀ ਨੇ ਕਹੀ ਆ। ਜਿਵੇਂ ਬਾਂਸ ਦਾ ਦਰਖਤ ਹੁੰਦਾ, ਵਿੱਚੋਂ ਖੋਖਲਾ ਹੁੰਦਾ, ਜੇ ਸਿੱਖ ਇੱਕ ਕੰਨ ਵਿੱਚੋਂ ਗੱਲ ਪਾ ਕੇ ਦੂਜੇ ਕੰਨ ਵਿੱਚੋਂ ਦੀ ਕੱਢ ਦਵੇ ਬਾਹਰ, ਉਹਦੇ ਵਿੱਚ ਗੁਰੂ ਦੀ ਕੀ ਗਲਤੀ ਆ। ਤਾਂ ਜੇ ਤੇਰੇ ਪੈਰ ਹੀ ਲੰਗੜੇ ਨੇ, ਜੇ ਤੇਰੀਆਂ ਲੱਤਾਂ ਹੀ ਲੰਗੜੀਆਂ ਨੇ ਤਾਂ ਤੈਨੂੰ ਰਾਹ ਦਿਖਾਉਣ ਵਾਲਾ ਕੀ ਕਰੇਗਾ। ਭਾਵ ਕਿ ਗੁਰੂ ਸਾਹਿਬ ਤਾਂ ਬਹੁਤ ਕੁਝ ਕਹਿੰਦੇ ਆ ਸਿੱਖ ਨੂੰ, ਪਰ ਸਿੱਖ ਉਹਨੂੰ ਕਿੰਨਾ ਕੁ ਟਿਕਾ ਸਕਦਾ ਆਪਦੇ ਅੰਦਰ। ਇਹ ਗਜ਼ਲ ਦੇ ਵਿੱਚ ਭਾਈ ਨੰਦ ਲਾਲ ਜੀ ਕਹਿ ਰਹੇ ਆ। ਅੱਗੇ ਗੁਰੂ ਅਰਜਨ ਦੇਵ ਜੀ ਮਹਾਰਾਜ ਫਿਰ ਇੱਕ ਪੰਛੀ ਦੀ ਉਦਾਹਰਨ ਦਿੰਦੇ ਆ ਰਹਾਉ ਤੋਂ ਬਾਅਦ। ਅਨਕ ਸੂਖ ਚੱਕ ਵੀ ਨਹੀਂ ਚਾਹਤ, ਆਨੰਦ ਪੂਰਨ ਪੇਖ ਦੇਹ। ਬਹੁਤ ਤਰ੍ਹਾਂ ਦੇ ਜਿਹੜੇ ਸੁੱਖ ਹੁੰਦੇ ਆ ਉਹ ਚੱਕਵੀ ਜਾਂ ਚੱਕਵੇ ਨੂੰ ਨਹੀਂ ਚਾਹੀਦੇ। ਜਿਵੇਂ ਚਕੋਰ ਦੀ ਪ੍ਰੀਤ ਚੰਦ ਨਾਲ ਹੁੰਦੀ ਆ, ਚੱਕਵਾ ਪੰਛੀ ਉਹਦੀ ਪ੍ਰੀਤ ਆ ਉਹ ਸੂਰਜ ਨਾਲ ਹੁੰਦੀ ਆ। ਇਸੇ ਤਰ੍ਹਾਂ ਜਿਹੜਾ ਚੱਕਵੀ ਆ ਉਹਨੂੰ ਹੋਰ ਕੁਝ ਨਹੀਂ ਚਾਹੀਦਾ, ਉਹਨੂੰ ਸੂਰਜ ਹੀ ਚਾਹੀਦਾ ਹੈ। ਅਨਕ ਸੂਖ, ਹੋਰਾਂ ਤਰ੍ਹਾਂ ਦੇ ਰੁਪਈਏ, ਦੌਲਤ, ਖਾਣਾ, ਇਹ ਕੁਝ ਨਹੀਂ ਚਾਹੀਦਾ ਚੱਕਵੀ ਨੂੰ, ਉਹਨੂੰ ਸਿਰਫ ਸੂਰਜ ਹੀ ਲੋੜੀਂਦਾ ਹੈ। ਆਨੰਦ ਪੂਰਨ ਪੇਖ ਦੇਹ, ਜੋ ਉਹਨੂੰ ਮਰਜ਼ੀ ਦੇ ਦਿਓ, ਚਕੋਰ ਨੂੰ ਜੋ ਮਰਜ਼ੀ ਦੇ ਦਿਓ, ਉਹਦੀ ਪ੍ਰੀਤ ਹੀ ਜਦੋਂ ਚੰਦ ਦੇ ਨਾਲ। ਚੱਕਵੇ ਨੂੰ ਜੋ ਮਰਜ਼ੀ ਦੇ ਦਿਓ, ਚੱਕਵੀ ਨੂੰ ਜੋ ਮਰਜ਼ੀ ਦੇ ਦਿਓ, ਉਹ ਪਰਿੰਦੇ ਦੀ ਪ੍ਰੀਤ ਜਿਹੜੀ ਆ ਸੂਰਜ ਦੇ ਨਾਲ। ਬਬੀਹੇ ਨੂੰ ਜੋ ਮਰਜ਼ੀ ਦੇ ਦਿਓ, ਉਹਦੀ ਪ੍ਰੀਤ ਹੀ ਮੀਂਹ ਦੀਆਂ ਬੂੰਦਾਂ ਦੇ ਨਾਲ ਆ, ਉਹਨੂੰ ਹੋਰ ਚੀਜ਼ ਚਾਹੀਦੀ ਨਹੀਂ। ਇਸ ਕਰਕੇ ਗੁਰੂ ਦੇ ਸਿੱਖ ਨੂੰ ਜੋ ਮਰਜ਼ੀ ਤੁਸੀਂ ਦੇ ਦਿਓ, ਪਰ ਉਹਦੀ ਪ੍ਰੀਤ ਜਿਹੜੀ ਆ ਉਹਦੀ ਸਿਰਫ ਆਪਦੇ ਗੁਰੂ ਦੇ ਨਾਲ ਹੈ। ਇਸ ਤਰ੍ਹਾਂ ਗੁਰੂ ਪਿਆਰੀ ਸਾਧ ਸੰਗਤ ਜੀ, ਉਸ ਦਾ ਰੂਪ ਪਰਮਾਤਮਾ ਦਾ ਰੂਪ ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਪਰਦੇ ਤੋਂ ਬਿਨਾਂ ਹੀ ਆ, ਘੁੰਡ ਤੋਂ ਬਿਨਾਂ ਹੀ ਆ। ਰੱਬ ਨੇ ਕੋਈ ਘੁੰਡ ਨਹੀਂ ਕੱਢਿਆ ਹੋਇਆ, ਕੋਈ ਪਰਦਾ ਨਹੀਂ ਕੀਤਾ ਹੋਇਆ, ਕੋਈ ਬੁਰਕਾ ਨਹੀਂ ਪਾਇਆ ਹੋਇਆ। ਉਹ ਸਭ ਜਗ੍ਹਾ ਨੰਦ ਲਾਲ ਪ੍ਰਕਾਸ਼ਮਾਨ ਹੈ, ਪਰ ਤੂੰ ਹਉਮੈ ਦੇ ਪਰਦੇ ਹੇਠਾਂ ਹੈ। ਰੱਬ ਨੇ ਕੋਈ ਘੁੰਡ ਨਹੀਂ ਕੱਢਿਆ, ਸਗੋਂ ਤੂੰ ਹਉਮੈ ਦਾ ਪਰਦਾ ਆਪਦੇ ਤੇ ਪਾਇਆ ਹੋਇਆ, ਜਿਸ ਕਰਕੇ ਤੂੰ ਚੰਦਰਮਾ ਜੈਸੇ ਮੁਖੜੇ ਵਾਲੇ ਜਾਰ ਦੇ ਸਰੂਪ ਦੇ ਦਰਸ਼ਨ ਨਹੀਂ ਕਰ ਸਕਦਾ, ਕਿਉਂਕਿ ਤੇਰੇ ਉੱਪਰ ਹਉਮੈ ਦਾ ਪਰਦਾ। ਹਾਲਾਂਕਿ ਰੱਬ ਨੇ ਕੋਈ ਘੁੰਡ ਨਹੀਂ ਕੱਢਿਆ, ਕੋਈ ਬੁਰਕਾ ਨਹੀਂ ਪਾਇਆ, ਕੋਈ ਚਾਦਰ ਨਹੀਂ ਓੜੀ, ਤੂੰ ਹੀ ਆ ਜਿਹਨੇ ਪਰਦਾ ਕੀਤਾ ਹਉਮੈ ਦਾ ਆਪਦੇ ਉੱਪਰ। ਤੇਰਾ ਯਾਰ ਜਿਹੜਾ ਹੈ ਪਰਮਾਤਮਾ, ਉਹ ਤੇਰੇ ਬਿਲਕੁਲ ਸਾਹਮਣੇ ਆ, ਪਰ ਤੂੰ ਉਹਦੇ ਦੀਦਾਰ ਨਹੀਂ ਕਰ ਸਕਦਾ,
ਉਹਦੇ ਵਿੱਚ ਹਉਮੈ ਦਾ ਪਰਦਾ ਹੈ। ਅਨਕ ਸੂਖ ਚੱਕ ਵੀ ਨਹੀਂ ਚਾਹਤ, ਅਨੰਦ ਪੂਰਨ ਪੇਖ ਦੇਹ। ਤਰ੍ਹਾਂ ਤਰ੍ਹਾਂ ਦੇ ਸੁੱਖ ਜਿਹੜੇ ਆ ਉਹ ਚੱਕ ਵੀ ਬਬੀਹੇ ਨੂੰ ਨਹੀਂ ਚਾਹੀਦੇ, ਮੋਰ ਨੂੰ ਵੀ ਨਹੀਂ ਚਾਹੀਦੇ। ਮੋਰ ਨੂੰ ਚਾਹੀਦੀ ਹੈ ਬੱਦਲਾਂ ਦੀ ਗਰਜਣ, ਕਾਲੀਆਂ ਘਟਾਵਾਂ, ਤੇ ਮੋਰ ਨੂੰ ਚਾਹੀਦਾ ਹੈ ਬਸ ਉਹ ਕਾਲੇ ਬੱਦਲ ਵੇਖ ਕੇ ਨੱਚਣਾ ਤੇ ਪਹਿਲ ਪਾਉਣੀ, ਖੇਡਣਾ, ਇਹ ਉਹਨੂੰ ਚਾਹੀਦਾ। ਉਹਨੂੰ ਕਾਲੇ ਬੱਦਲ ਚਾਹੀਦੇ ਆ, ਮੌਸਮ ਇਹੋ ਜਿਹਾ ਚਾਹੀਦਾ, ਹੋਰ ਨਹੀਂ ਕੁਝ ਚਾਹੀਦਾ। ਬਿਲਕੁਲ ਇਸੇ ਤਰ੍ਹਾਂ ਸਿੱਖ ਦਾ ਜਿਹੜਾ ਜੀਵਨ ਆ, ਉਹਦੀ ਜ਼ਿੰਦਗੀ ਵਿੱਚ ਉਹਨੂੰ ਗੁਰੂ ਦੀ ਲੋੜ ਆ, ਜਿਵੇਂ ਬਬੀਹੇ ਨੂੰ ਸਵਾਤੀ ਬੂੰਦ ਦੀ, ਬਿਲਕੁਲ ਹੂਬਹੂ ਜਿਵੇਂ ਚੱਕਵੀ ਨੂੰ ਸੂਰਜ ਦੀ, ਜਿਵੇਂ ਬਬੀਹੇ ਨੂੰ ਪਾਣੀ ਦੀ, ਮੀਂਹ ਵਾਲੇ ਬੂੰਦਾਂ ਦੀ, ਜਿਵੇਂ ਚਕੋਰ ਨੂੰ ਚੰਦ ਨਾਲ ਪ੍ਰੀਤ ਆ, ਜਿਵੇਂ ਤੀਰਥ ਯਾਤਰੀ ਨੂੰ ਤੀਰਥ ਨਾਲ ਪ੍ਰੀਤ ਆ, ਜਿਵੇਂ ਮਾਂ ਦੀ ਪੁੱਤ ਦੇ ਨਾਲ ਪ੍ਰੀਤ ਆ। ਬਿਲਕੁਲ ਇਸੇ ਤਰ੍ਹਾਂ ਹੀ ਆਨ ਉਪਾਉ ਨ ਜੀਵਤ ਮੀਨਾ, ਬਿਨ ਜਲ ਮਰਨਾ ਤੇਹ। ਅਗਲੀ ਉਦਾਹਰਨ ਹੈ, ਮੱਛੀ ਨੂੰ ਹੋਰ ਕੋਈ ਵੀ ਤਰੀਕਾ ਨਹੀਂ ਕਿ ਆਪਾਂ ਨੂੰ ਜਿਉਂਦੇ ਰੱਖੀਏ ਪਾਣੀ ਤੋਂ ਬਿਨਾਂ। ਪਾਣੀ ਵਿੱਚ ਰਹਿਣ ਤੋਂ ਬਿਨਾਂ ਜਿਉਂਦੀ ਨਹੀਂ ਰਹਿ ਸਕਦੀ, ਪਾਣੀ ਹੀ ਉਹਦਾ ਜੀਵਨ ਆ। ਪਾਣੀ ਤੋਂ ਬਿਨਾਂ ਜੇ ਕਹੀਏ ਮੱਛੀ ਨੂੰ ਬਚਾ ਸਕਦੇ ਹਾਂ ਆਪਾਂ, ਸੋਨੇ ਦੇ ਵਿੱਚ ਰੱਖ ਦਈਏ, ਚਾਂਦੀ ਦੇ ਬਰਤਨ 'ਚ ਪਾ ਦਈਏ, ਪਰ ਉਹਦਾ ਜਦੋਂ ਜੀਵਨ ਹੀ ਪਾਣੀ ਆ। ਆਨ ਉਪਾਵ ਨ ਜੀਵਤ ਮੀਨਾ, ਹੋਰ ਕੋਈ ਉਪਾਅ ਨਹੀਂ ਹੈਗਾ। ਜੇ ਮੱਛੀ ਨੂੰ ਬਚਾਉਣਾ ਹੋਵੇ, ਬਿਨ ਜਲ ਮਰਨਾ ਤੇ, ਬਿਨਾਂ ਪਾਣੀ ਤੋਂ ਮਰਨਾ ਉਹਦਾ ਤੈਅ ਆ ਜੇ ਪਾਣੀ ਨਾ ਉਹਨੂੰ ਮਿਲੇ। ਇੱਥੇ ਗੁਰੂ ਮਹਾਰਾਜ ਇਹ ਕਹਿ ਰਹੇ ਆ ਕਿ ਸਿੱਖ ਦਾ ਵੀ ਮਰਨਾ ਤੈਅ ਆ ਜੇ ਉਹਦੇ ਕੋਲ ਬਾਣੀ ਨਾ ਹੋਵੇ। ਉਹ ਆਪ ਹੀ ਕਹਿੰਦੇ, ਆਖਾਂ ਜੀਵਾਂ ਬਿਸਰੈ ਮਰ ਜਾਓ, ਬਾਣੀ ਪੜ੍ਹਦਾ ਤੇ ਜਿਉਣਾ, ਬਾਣੀ ਵਿਸਰੇ ਤੇ ਮਰ ਜਾਨਾ ਹਾਂ। ਆਖਾਂ ਜੀਵਾਂ, ਰੱਬ ਦਾ ਨਾਮ ਆਖਾਂ ਤੇ ਜਿਉਣਾ ਹਾਂ, ਵਿਸਰੈ ਭੁੱਲ ਜਾਵਾਂ ਰੱਬ ਨੂੰ ਤਾਂ ਮਰ ਜਾਓ, ਮਰਦਾ ਹਾਂ। ਮੱਛੀ ਨੂੰ ਜਿਵੇਂ ਹੋਰ ਤਰੀਕੇ ਨਾਲ ਤੁਸੀਂ ਜਿਉਂਦਾ ਨਹੀਂ ਰੱਖ ਸਕਦੇ ਗੁਰੂ ਅਰਜਨ ਦੇਵ ਜੀ, ਬਿਲਕੁਲ ਪਾਣੀ ਹੀ ਉਹਦੀ ਇੱਕੋ ਇੱਕ ਤਰੀਕਾ ਉਹਨੂੰ ਜਿਉਂਦੀ ਰੱਖਣ ਦਾ। ਚਾਹੇ ਉਹ ਸਰੋਵਰ ਦਾ ਪਾਣੀ ਆ, ਚਾਹੇ ਟੱਬ ਦਾ ਛੋਟੇ ਰੂਪ 'ਚ ਆ, ਚਾਹੇ ਉਹ ਇੱਕ ਤਲਾਅ ਦਾ ਪਾਣੀ ਆ ਛੋਟੇ ਰੂਪ ਵਿੱਚ, ਚਾਹੇ ਟੋਭੇ ਦਾ ਹੈ, ਪਰ ਉਹਨੂੰ ਪਾਣੀ ਚਾਹੀਦਾ ਹੀ ਚਾਹੀਦਾ ਹੈ। ਪਾਣੀ ਤੋਂ ਬਿਨਾਂ ਜਿਉਂਦੀ ਨਹੀਂ ਰਹਿ ਸਕਦੀ। ਇਸੇ ਤਰ੍ਹਾਂ ਜਿਹੜੇ ਗੁਰਸਿੱਖ ਆ, ਉਹ ਨਾਮ ਤੋਂ ਬਿਨਾਂ, ਉਹ ਬੰਦਗੀ ਤੋਂ ਬਿਨਾਂ, ਭਗਤ ਸਹਿਬਾਨ ਭਜਨ ਤੋਂ ਬਿਨਾਂ, ਸਿਮਰਨ ਤੋਂ ਬਿਨਾਂ ਜਿਉਂਦੇ ਨਹੀਂ ਰਹਿ ਸਕਦੇ। ਇਵੇਂ ਉਹਨਾਂ ਦੀ ਪ੍ਰੀਤ ਹੁੰਦੀ ਆ। ਤਾਂ ਇਹਦਾ ਜਿਹੜੇ ਛੋਟੇ ਛੋਟੇ ਬੋਟ ਆ, ਉਹਨਾਂ ਦੀਆਂ ਪਾਤਸ਼ਾਹ ਜੀ ਨੇ ਉਦਾਹਰਨਾਂ ਦਿੱਤੀਆਂ ਹਨ। ਤਾਂ ਉਹਦਾ ਰੂਪ ਪੜਦੇ ਤੋਂ ਬਿਨਾਂ ਹੀ ਆ ਨੰਦ ਲਾਲ। ਪਰਮਾਤਮਾ ਨੇ ਕੋਈ ਘੁੰਡ ਨਹੀਂ ਕੱਢਿਆ, ਪਰਮਾਤਮਾ ਨੇ, ਰੱਬ ਜੀ ਨੇ ਕੋਈ ਪਰਦਾ ਨਹੀਂ ਰੱਖਿਆ, ਉਹ ਤੇਰੇ ਬਿਲਕੁਲ ਸਾਹਮਣੇ ਆ। ਫਿਰ ਉਹ ਦਿਖਦਾ ਤੈਨੂੰ ਤਾਂ ਨਹੀਂ, ਤੂੰ ਸਗੋਂ ਆਪ ਤੇ ਹਉਮੈ ਦਾ ਪਰਦਾ ਪਾ ਕੇ ਤੂੰ ਉਹਦੇ ਹੇਠਾਂ ਲੁਕਿਆ ਹੈ। ਤਾਂ ਕਰਕੇ ਚੰਦਰਵਾ ਵਰਗਾ ਜਿਹੜਾ ਮੁਖੜਾ ਹੈ ਯਾਰ ਦਾ, ਉਹਦੇ ਦਰਸ਼ਨ ਤੈਨੂੰ ਨਸੀਬ ਨਹੀਂ ਹੁੰਦੇ, ਭਾਵੇਂ ਤੇਰੇ ਉਹ ਸਾਹਮਣੇ ਆ। ਅੱਗੇ ਫਿਰ ਗੁਰੂ ਮਹਾਰਾਜ ਕਹਿ ਰਹੇ ਆ, ਹਮ ਅਨਾਥ ਨਾਥ ਹਰ ਸਰਣੀ, ਆਪਣੀ ਕਿਰਪਾ ਕਰਹਿ। ਅਸੀਂ ਤਾਂ ਅਨਾਥ ਹਾਂ। ਅਨਾਥ ਉਹ ਹੁੰਦਾ ਜਿਹਦਾ ਕੋਈ ਵੀ ਨਹੀਂ ਹੁੰਦਾ। ਤੂੰ ਨਾਥ ਹੈ, ਨੱਥਣ ਵਾਲਾ, ਦੁਨੀਆ ਨੂੰ ਬੰਨ੍ਹਣ ਵਾਲਾ। ਸਰਕਾਰੀ ਦਫ਼ਤਰਾਂ ਵਿੱਚ ਸ਼ਬਦ ਵਰਤਿਆ ਜਾਂਦਾ, ਤੁਸੀਂ ਵੇਖੋਗੇ ਕਿ ਕਾਗਜ਼ਾਂ ਨੂੰ, ਦਸਤਾਵੇਜ਼ ਜਿਹੜੇ ਆ ਉਹਨਾਂ ਨੂੰ ਨੱਥੀ ਕਰਕੇ ਜਮ੍ਹਾਂ ਕਰਾਓ। ਸਰਕਾਰੀ ਦਫ਼ਤਰਾਂ ਵਿੱਚ ਇਹ ਸ਼ਬਦ ਲਿਖਿਆ ਹੁੰਦਾ। ਨੱਥੀ ਤੋਂ ਭਾਵੇਂ ਹੁੰਦਾ ਜਿਹੜੀਆਂ ਚੀਜ਼ਾਂ ਖਿਲਰੀਆਂ ਪਈਆਂ ਉਹਨਾਂ ਨੂੰ ਇਕੱਠਾ ਕਰਕੇ ਉਹਨਾਂ ਨੂੰ ਸਟੈਪ ਕਰ ਦਿਓ। ਜਾਂ ਪੁਰਾਣੇ ਸਮੇਂ ਦੇ ਵਿੱਚ ਤਾਂ ਧਾਗਾ ਹੁੰਦਾ ਸੀਗਾ, ਅੱਜ ਵੀ ਸਰਕਾਰੀ ਦਫ਼ਤਰਾਂ 'ਚ ਹੈਗਾ ਉਹ ਚੀਜ਼। ਉਹਨੂੰ ਉਵੇਂ ਧਾਗੇ ਦੇ ਨਾਲ ਬੰਨ੍ਹ ਕੇ ਨੱਥੀ ਕਰਕੇ ਫਾਈਲ ਦੇ ਵਿੱਚ ਰੱਖ ਕੇ ਜਮ੍ਹਾਂ ਕਰਾਓ। ਨੱਥੀ ਤੋਂ ਭਾਵ ਹੁੰਦਾ ਵੀ ਖਿਲਰੀਆਂ ਚੀਜ਼ਾਂ ਨੂੰ ਇੱਕ ਜਗ੍ਹਾ ਇਕੱਠਾ ਕਰਕੇ ਰੱਖਣਾ। ਪਰਮਾਤਮਾ ਨੇ ਇਵੇਂ ਕੀਤਾ।
ਖਿਲਰੀਆਂ ਚੀਜ਼ਾਂ ਜਿਹੜੀਆਂ ਸੀ, ਅੱਗ, ਪਾਣੀ, ਹਵਾ, ਅਗਨੀ, ਆਕਾਸ਼, ਉਹਨਾਂ ਨੂੰ ਗੁੰਨ ਕੇ ਇੱਕ ਜਗ੍ਹਾ ਰੱਖਿਆ ਸਰੀਰ ਦੇ ਵਿੱਚ। ਉਹ ਵੀ ਨਾਥ ਆ। ਹਮ ਅਨਾਥ ਨਾਥ ਹਰ ਸਰਣੀ, ਅਸੀਂ ਅਨਾਥ ਹਾਂ, ਤੂੰ ਨਾਥ ਹੈ ਨੱਥਣ ਵਾਲਾ। ਅਸੀਂ ਅਨਾਥ ਹਾਂ, ਇਸ ਕਰਕੇ ਸਾਡੀ ਰੱਖਿਆ ਕਰੋ ਜੀ। ਆਪਣੀ ਕਿਰਪਾ ਕਰਹਿ, ਆਪਣੀ ਕਿਰਪਾ ਕਰੋ। ਚਰਨ ਕਮਲ ਨਾਨਕ ਆਰਾਧੈ, ਤਿਸ ਬਿਨ ਆਨ ਨ ਕੇ। ਅਸੀਂ ਤੁਹਾਡੇ ਚਰਨਾਂ ਕਮਲਾਂ ਨੂੰ ਆਰਾਧਦੇ ਹਾਂ, ਉਹਦੇ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ। ਮੱਛੀ ਨੂੰ ਜਿਵੇਂ ਬਚਾਉਣਾ ਹੋਵੇ, ਪਾਣੀ ਤੋਂ ਬਿਨਾਂ ਕੋਈ ਰਾਹ ਨਹੀਂ ਹੈਗਾ। ਚੱਕਵੀ ਨੇ ਪ੍ਰੀਤ ਪਾਉਣੀ ਹੋਵੇ, ਸੂਰਜ ਤੋਂ ਬਿਨਾਂ ਕੋਈ ਰਾਹ ਨਹੀਂ ਹੈਗਾ। ਬਬੀਹੇ ਦੀ ਪ੍ਰਿਉ ਪ੍ਰਿਉ ਸ਼ਾਂਤ ਕਰਨੀ ਆ, ਪਾਣੀ ਤੋਂ ਸਵਾਤੀ ਬੂੰਦ ਬਿਨਾਂ ਕੋਈ ਰਾਹ ਨਹੀਂ ਹੈਗਾ। ਬਿਲਕੁਲ ਮੋਰ ਨੂੰ ਖੁਸ਼ ਕਰਨਾ ਹੋਵੇ, ਬੱਦਲਾਂ ਵਾਲੇ ਮੌਸਮ ਤੋਂ ਬਿਨਾਂ ਕੋਈ ਰਾਹ ਨਹੀਂ ਹੈਗਾ। ਇਸੇ ਤਰ੍ਹਾਂ ਸਿੱਖ ਨੇ ਆਪਦੀ ਜ਼ਿੰਦਗੀ ਸੋਹਣੀ ਬਤੀਤ ਕਰਨੀ ਹੋਵੇ, ਗੁਰੂ ਬਿਨਾਂ ਕੋਈ ਰਾਹ ਨਹੀਂ ਹੈਗਾ। ਜੇ ਤੈਨੂੰ ਰੱਤਾ ਵੀ ਦਿਲ ਦਾ ਟਿਕਾਓ ਨਹੀਂ ਪ੍ਰਾਪਤ ਹੁੰਦਾ, ਇਸ ਕਰਕੇ ਬੰਦਿਆ ਉਹਦਾ ਕਾਰਨ ਵੀ ਇਹੀ ਆ, ਤੂੰ ਹਜੇ ਗੁਰੂ ਦਾ ਪੱਲਾ ਨਹੀਂ ਫੜਿਆ ਹੋਵੇਗਾ। ਜੇ ਤੈਨੂੰ ਰੱਤਾ ਵੀ ਦਿਲ ਦਾ ਟਿਕਾਓ ਲੱਭਿਆ ਨਹੀਂ ਅਜੇ ਤੱਕ, ਤਾਂ ਉਹਦੇ ਲਈ ਤੂੰ ਸ਼ਾਂਤ ਥਾਂ ਲੱਭ ਰਿਹਾ, ਕੋਈ ਸੋਹਣੀ ਕੋਠੀ ਦਾ ਕਿਨਾਰਾ ਲੱਭ ਰਿਹਾ, ਨੁੱਕਰ ਲੱਭ ਰਿਹਾ, ਉਹ ਤੈਨੂੰ ਸ਼ਾਂਤ ਨਹੀਂ ਕਰ ਸਕਦੀ। ਜੇ ਬੰਦਿਆ ਤੂੰ ਬਹੁਤ ਦੁਖੀ ਆ, ਉਹਦੇ ਲਈ ਤੈਨੂੰ ਸ਼ਾਂਤੀ ਚਾਹੀਦੀ ਆ। ਜੇ ਤੂੰ ਉਹ ਸ਼ਾਂਤੀ ਨੂੰ ਬਹੁਤ ਸੋਹਣੀ ਕੋਠੀ ਦੀ ਕਿਸੇ ਸੁੰਦਰ ਨੁੱਕਰ ਵਿੱਚੋਂ ਲੱਭ ਰਿਹਾ, ਤੈਨੂੰ ਉਹ ਸ਼ਾਂਤੀ ਉੱਥੋਂ ਨਹੀਂ ਮਿਲੇਗੀ। ਉਹਦੇ ਲਈ ਤੇਰਾ ਗੁਰੂ ਹੈ। ਇਹ ਕਹਿਣ ਵਾਲੇ ਭਾਈ ਨੰਦ ਲਾਲ ਜੀ ਆ। ਭਾਵ ਕਿ ਸ਼ਾਂਤੀ ਜਿਹੜੀ ਆ, ਚੈਨ ਤੇ ਸਬਰ ਤੇ ਸੰਤੋਖ ਆ, ਉਹ ਗੁਰੂ ਕੇ ਪਾਸ ਆ। ਸਚਿਆਰ ਹੋਣਾ ਇਹ ਚੀਜ਼ ਗੁਰੂ ਕੇ ਪਾਸ ਆ। ਸੁੰਦਰ ਕੋਠੀ ਦੇ ਵਿੱਚ ਹੋ ਸਕਦਾ ਬੰਦੇ ਨੂੰ ਨੀਂਦ ਨਾ ਆਉਂਦੀ ਹੋਵੇ, ਇਹ ਵੀ ਹੋ ਸਕਦਾ ਪਲੰਘ ਕੀਮਤੀ ਆ, ਨੀਂਦ ਨਹੀਂ ਆ ਰਹੀ। ਇਹ ਹੋ ਸਕਦਾ ਬਾਣ ਦੀ ਮੰਜੀ ਆ, ਕੋਈ ਆਰਾਮ ਨਾਲ ਸੌਂ ਰਿਹਾ, ਬੱਚਿਆਂ ਦੇ ਵਾਂਗ ਸੁੱਤਾ ਪਿਆ। ਇਹ ਵੀ ਕਿਹਾ ਜਾਂਦਾ, ਜੇ ਤੁਸੀਂ ਬੱਚਿਆਂ ਦੇ ਵਾਂਗ ਸੌਂ ਸਕਦੇ ਹੋ, ਬੱਚਿਆਂ ਦੇ ਵਾਂਗ ਉੱਠ ਸਕਦੇ ਹੋ, ਤਾਂ ਤੁਸੀਂ ਦੁਨੀਆ ਦੇ ਬਾਦਸ਼ਾਹ ਹੋ। ਜੇ ਤੁਸੀਂ ਚਿੰਤਾ ਤੋਂ ਮੁਕਤ ਹੋ ਕੇ ਸੌਂ ਸਕਦੇ ਹੋ, ਚਿੰਤਾ ਤੋਂ ਮੁਕਤ ਹੋ ਕੇ ਉੱਠ ਸਕਦੇ ਹੋ, ਤਾਂ ਤੁਸੀਂ ਬਾਦਸ਼ਾਹ ਤੋਂ ਘੱਟ ਨਹੀਂ ਹੈਗੇ। ਹੋ ਸਕਦਾ ਬਾਦਸ਼ਾਹ ਨੂੰ ਨੀਂਦ ਨਾ ਆਉਂਦੀ ਹੋਵੇ, ਉਹ ਚਿੰਤਾ ਵਿੱਚ ਹੋਵੇ, ਨੀਂਦ ਉਹਨੂੰ ਲੇਟ ਆਵੇ, ਉੱਠੇ ਫਿਰ ਚਿੰਤਾ ਅੱਗੇ ਹੋਵੇ। ਪਰ ਜੇਕਰ ਤੁਸੀਂ ਇੱਦਾਂ ਕਰਦੇ ਹੋ, ਚਿੰਤਾ ਤੋਂ ਤੁਸੀਂ ਮੁਕਤ ਹੋ, ਤੁਹਾਡੀ ਨੀਂਦ ਬੱਚਿਆਂ ਵਾਲੀ ਆ, ਤੁਸੀਂ ਬਾਦਸ਼ਾਹ ਤੋਂ ਘੱਟ ਨਹੀਂ ਹੈਗੇ। ਇਸ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਆ, ਰਾਹ ਦੱਸਣ ਵਾਲਾ ਸਾਥੀ, ਉਹਦੇ ਤੋਂ ਬਿਨਾਂ ਦੱਸੋ ਤੁਸੀਂ ਮੰਜ਼ਿਲ 'ਤੇ ਕਿਵੇਂ ਪਹੁੰਚੋਗੇ। ਕਿਤੇ ਤੁਸੀਂ ਜਾਣਾ, ਭਾਈ ਨੰਦ ਲਾਲ ਜੀ ਕਹਿ ਰਹੇ ਆ, ਰਾਹ ਤੁਹਾਨੂੰ ਨਹੀਂ ਪਤਾ, ਟਿਕਾਣਾ ਤੁਹਾਨੂੰ ਨਹੀਂ ਪਤਾ, ਰਾਹ ਦੱਸਣ ਵਾਲੇ ਤੋਂ ਬਿਨਾਂ ਤੁਸੀਂ ਉਹ ਮੰਜ਼ਿਲ ਡੈਸਟੀਨੇਸ਼ਨ 'ਤੇ ਕਿਵੇਂ ਪਹੁੰਚ ਸਕਦੇ ਹੋ। ਇਸ ਕਰਕੇ ਜੇਕਰ ਤੇਰੇ ਦਿਲ ਵਿੱਚ ਸ਼ੌਂਕ ਨਹੀਂ ਬੰਦਿਆ, ਤਾਂ ਤੇਰਾ ਆਗੂ ਦੱਸ ਕੀ ਕਰੇਗਾ। ਜੇ ਤੈਨੂੰ ਹੀ ਸ਼ੌਂਕ ਨਹੀਂ, ਤੇਰੇ ਵਿੱਚ ਹੀ ਹੌਸਲਾ ਨਹੀਂ, ਤੈਨੂੰ ਸਿੱਖਿਆ ਦੇਣ ਵਾਲਾ ਆਗੂ ਕੀ ਕਰ ਸਕਦਾ। ਇੱਕ ਕਹਾਣੀ ਪੜ੍ਹ ਰਿਹਾ ਸੀ ਮੈਂ, ਬੜੀ ਖੂਬਸੂਰਤ ਹੈ। ਉਹ ਕਹਿਣ ਲੱਗੇ ਜੀ, ਜਿਹੜੀ ਫੌਜ ਆ ਨਾ, ਜਿਹੜੀ ਫੌਜ ਹੈ, ਸੈਨਿਕ ਨੇ, ਉਹ ਹੌਸਲਾ ਛੱਡ ਰਹੇ ਆ। ਜੰਗ ਹੋ ਰਹੀ ਸੀ ਦੋ ਧਿਰਾਂ ਵਿੱਚ, ਯੁੱਧ ਦੇ ਮੈਦਾਨ ਵਿੱਚ। ਕਹਿਣ ਲੱਗੇ ਮਾੜੀ ਖਬਰ ਇਹ ਆ, ਸੈਨਿਕ ਜਿਹੜੇ ਆ ਸਾਡੇ ਹੌਸਲਾ ਛੱਡ ਰਹੇ ਆ, ਸੈਨਾਪਤੀ ਹੌਸਲਾ ਛੱਡ ਰਹੇ ਆ। ਇੱਕ ਹੋਰ ਵਿਅਕਤੀ ਆਇਆ, ਉਹ ਕਹਿਣ ਲੱਗਾ ਇਦੋਂ ਵੀ ਇੱਕ ਮਾੜੀ ਖਬਰ ਆ। ਉਹ ਕਹਾਂ? ਉਹ ਕਹਿੰਦੇ ਦੱਸੋ। ਉਹ ਕਹਿੰਦੇ ਜਿਹੜਾ ਸਾਡਾ ਆਗੂ ਆ, ਉਹ ਬਿਲਕੁਲ ਹੌਸਲਾ ਤੇ ਹਿੰਮਤ ਹਾਰ ਚੁੱਕਾ। ਇਹ ਉਦੋਂ ਵੀ ਮਾੜੀ ਖਬਰ ਆ। ਜਿਹੜੇ ਪਿੱਛੇ ਚੱਲਣ ਵਾਲੇ ਆ, ਉਹ ਹੌਸਲਾ ਛੱਡ ਜਾਣ, ਫਿਰ ਤਾਂ ਚਲੋ ਅਗਲਾ ਬੰਦਾ ਉਹਨਾਂ ਨੂੰ ਹੌਸਲਾ ਦੇ ਕੇ ਤੇ ਲਿਜਾ ਸਕਦਾ ਜੰਗ ਦੇ ਮੈਦਾਨ 'ਚ। ਜੇ ਆਗੂ ਹੀ ਹੌਸਲਾ ਢਾਹ ਦੇਵੇ, ਜਿਹਨੇ ਅੱਗੇ ਲੈ ਕੇ ਜਾਣਾ, ਅੱਗੇ ਅੱਗੇ ਤੁਰਨਾ, ਉਹ ਸਭ ਤੋਂ ਬੁਰੀ ਖਬਰ ਹੁੰਦੀ ਹੈ। ਸੈਨਿਕ ਹੌਸਲਾ ਛੱਡ ਰਹੇ ਆ, ਫੌਜ ਹੌਸਲਾ ਟੁੱਟ ਗਿਆ ਉਹਨਾਂ ਦਾ, ਇਹ ਇੰਨੀ ਮਾੜੀ ਖਬਰ ਨਹੀਂ ਹੁੰਦੀ।
ਆਗੂ ਜਿਹੜਾ ਹੈ, ਅਗਲਾ ਆਗੂ, ਉਹ ਹੌਸਲਾ ਛੱਡ ਜਾਵੇ, ਇਹ ਸਭ ਤੋਂ ਮਾੜੀ ਖਬਰ ਹੁੰਦੀ ਹੈ। ਤਾਂ ਗੁਰੂ ਪਿਆਰੀ ਸਾਧ ਸੰਗਤ ਜੀ, ਇਹਨੂੰ ਭਾਈ ਨੰਦ ਲਾਲ ਸਾਹਿਬ ਜੀ ਇਸੇ ਤਰ੍ਹਾਂ ਕਹਿੰਦੇ ਆ ਕਿ ਆਗੂ ਕੋਲ ਤਾਂ ਬਹੁਤ ਹੌਸਲਾ ਹੈ। ਆਗੂ ਤਾਂ ਚਾਹੁੰਦਾ ਹੈ ਕਿ ਆਓ ਪਿਆਰੇ, ਆਓ ਜੀ ਤੂੰ ਆਓ ਹਮਾਰੇ, ਹਰ ਜਸ ਸਰਵਣ ਸੁਣਾਵਣਾ। ਪਰ ਜੋ ਸਿੱਖ ਨੇ ਤੇ ਉਹਨਾਂ ਨੂੰ ਸ਼ੌਂਕ ਨਹੀਂ ਹੈਗਾ, ਇਹ ਤੈਨੂੰ ਸ਼ੌਂਕ ਨਹੀਂ ਹੈਗਾ, ਫਿਰ ਤੇਰਾ ਆਗੂ ਵੀ ਕੀ ਕਰ ਸਕਦਾ। ਜਿਹੜਾ ਆਗੂ ਆ ਉਹਦਾ ਤਾਂ ਪੂਰਾ ਜ਼ੋਰ ਲੱਗਿਆ ਪਿਆ, ਜਿਹਨੇ ਰਹਿਨੁਮਾਈ ਕਰਨੀ ਆ, ਤੇ ਪਿੱਛੇ ਚੱਲਣ ਵਾਲੇ ਆ ਉਹਨਾਂ ਦਾ ਕੋਈ ਧਿਆਨ ਹੀ ਨਹੀਂ। ਭਾਵ ਕਿ ਰਾਹ ਦੱਸਣ ਵਾਲੇ ਸਾਥੀ ਤੋਂ ਬਿਨਾਂ ਤੂੰ ਮੰਜ਼ਿਲ 'ਤੇ ਬੰਦਿਆ ਕਿਵੇਂ ਪਹੁੰਚੇਗਾ। ਜੇਕਰ ਤੈਨੂੰ ਸ਼ੌਂਕ ਹੀ ਨਹੀਂ, ਤੇਰਾ ਦਿਲ ਸ਼ੌਂਕ ਤੋਂ ਬਿਨਾਂ ਹੀ ਆ, ਵੀ ਤੈਨੂੰ ਵਾਹਿਗੁਰੂ ਕਹਿਣ ਦਾ ਸ਼ੌਂਕ ਨਹੀਂ, ਫਿਰ ਦੱਸ ਤੇਰਾ ਗੁਰੂ ਕੀ ਕਰ ਸਕਦਾ ਹੈ। ਗੁਰੂ ਤੈਨੂੰ ਕੀ ਕਹੇਗਾ। ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ, ਅੰਧੇ ਲੋਕ ਨਾ ਜਾਣੇ ਬਾਂਸ ਵਜਾਈਏ ਫੂਕ। ਤੇ ਗੁਰੂ ਤਾਂ ਤੈਨੂੰ ਬਹੁਤ ਕੁਝ ਕਹਿੰਦਾ, ਪਰ ਤੂੰ ਵੇਖ ਤੂੰ ਉਹਨੂੰ ਕਿੰਨਾ ਕੁ ਲਾਗੂ ਕਰ ਰਿਹਾ। ਇੱਕ ਕੰਨ 'ਚ ਪਾ ਕੇ ਬਾਂਸ ਵਾਂਗ ਦੂਜੇ ਪਾਸੇ ਦੀ ਫੂਕ ਮਾਰੀਏ ਨਿਕਲ ਜਾਂਦੀ ਬਾਹਰ, ਤੂੰ ਵੀ ਕੱਢ ਰਿਹਾ। ਤਾਂ ਤੇਰਾ ਗੁਰੂ ਦੱਸ ਕੀ ਕਰ ਸਕਦਾ ਹੈ। ਜੇ ਤੂੰ ਗੁਰੂ ਦੇ ਚਰਨ ਧੂੜ ਨੂੰ ਆਪਣਾ ਅੱਖਾਂ ਦਾ ਸੁਰਮਾ ਬਣਾ ਲਵੇਂ ਤੇ ਤੂੰ ਰੱਬ ਦੇ ਜਲਵੇ ਨੂੰ ਵੇਖ ਸਕੇਂਗਾ। ਤੇਰੇ ਲਈ ਹੋਰ ਸੁਰਮਾ ਦੱਸ ਕਿਹੜੇ ਕੰਮ ਹੈ। ਕੋਈ ਕੰਮ ਨਹੀਂ, ਦੁਨੀਆ ਦੀ ਹੋਰ ਚੀਜ਼ ਤੇਰੇ ਲਈ ਕੋਈ ਕੰਮ ਨਹੀਂ, ਜੇ ਤੂੰ ਰੱਬ ਦੇ ਗੁਰੂ ਦੇ ਪਿਆਰ ਨੂੰ ਅੱਖਾਂ ਵਿੱਚ ਸੁਰਮਾ ਬਣਾ ਕੇ ਪਾ ਲਵੇਂਗਾ। ਤਾਂ ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਇਹ ਉਦਾਹਰਨਾਂ ਦਿੱਤੀਆਂ। ਚਾਤ੍ਰਿਕ ਦੀ ਉਦਾਹਰਨ ਦਿੱਤੀ ਸੀ, ਬਬੀਹੇ ਨਾਲ। ਇਸ ਤਰ੍ਹਾਂ ਜੋ ਪ੍ਰੀਤ ਆ ਉਹਦੇ ਅੰਦਰ ਪ੍ਰਿਉ ਪ੍ਰਿਉ ਕਰਦਾ ਛੋਟਾ ਜਿਹਾ ਪਰਿੰਦਾ, ਸਿੱਖਾ ਤੂੰ ਐਵੇਂ ਪ੍ਰੀਤ ਬਣਾ। ਚਕੋਰ ਦੀ ਚੰਦ ਨਾਲ ਪ੍ਰੀਤ ਹੁੰਦੀ ਆ, ਉਹ ਬਿਲਕੁਲ ਉਹਨੂੰ ਦੇਖੀ ਜਾਂਦਾ, ਹੋਰ ਪਾਸੇ ਦਿੰਦਾ ਹੀ ਨਹੀਂ। ਉਹ ਚਕੋਰ ਪੰਛੀ ਇਹੋ ਜਿਹਾ, ਚੰਦ ਜਦੋਂ ਚੜ੍ਹਦਾ ਉਹਨੇ ਬਸ ਟਹਿਣੀ 'ਤੇ ਬੈਠ ਕੇ ਚੰਦ ਨੂੰ ਦੇਖੀ ਜਾਣਾ, ਸਾਰੀ ਰਾਤ ਉਹਦੀ ਇੱਦਾਂ ਹੀ ਲੰਘ ਜਾਂਦੀ। ਫਿਰ ਉਹਨੂੰ ਦਿਨੇ ਪਤਾ ਲੱਗਦਾ ਕਿ ਮੈਂ ਵੀ ਹੈਗਾ, ਮੇਰੇ 'ਚ ਜਾਨ ਆ। ਉਹ ਭਾਵ ਖਤਮ ਹੀ ਹੋ ਜਾਂਦਾ, ਉਹਦੀ ਹਉਮੈ ਸਭ ਕੁਝ, ਉਹਦੇ ਲਈ ਚੰਦ ਹੀ ਸਭ ਕੁਝ ਆ। ਚੱਕਵਾ ਅਤੇ ਚੱਕਵੀ ਇੱਦਾਂ ਮੇਲ ਅਤੇ ਫੀਮੇਲ ਜਿਵੇਂ ਹੁੰਦੇ ਆ, ਇੱਦਾਂ ਪੰਛੀ ਹਨ। ਇਹਨਾਂ ਦੀ ਸੂਰਜ ਨਾਲ ਪ੍ਰੀਤ ਐਵੇਂ ਆ। ਇਹ ਸੂਰਜ ਚੜ੍ਹਦਾ ਸੂਰਜ ਜਦੋਂ ਬਾਹਲਾ ਤੇਜ਼ ਨਹੀਂ ਹੁੰਦਾ ਉਹਦਾ ਪ੍ਰਤਾਪ ਜਾਂ ਛਿਪਦਾ ਹੈ, ਉਦੋਂ ਉਹਦੇ ਵੱਲ ਦੇਖੀ ਜਾਂਦੇ ਆ। ਇੱਦਾਂ ਹੀ ਇਹਨਾਂ ਲਈ ਹੋਰ ਕੋਈ ਚੀਜ਼ ਮਾਇਨੇ ਨਹੀਂ ਰੱਖਦੀ। ਮੱਛੀ ਲਈ ਪਾਣੀ ਹੀ ਸਭ ਕੁਝ ਆ। ਪਾਣੀ ਹੈ ਤਾਂ ਭੋਜਨ ਆ, ਭੋਜਨ ਖਾ ਲੂਗੀ। ਪਾਣੀ 'ਚੋਂ ਬਾਹਰ ਕੱਢ ਦਿਓ, ਭੋਜਨ ਨਹੀਂ ਛਕੂਗੀ, ਉਹ ਖਾ ਨਹੀਂ ਸਕਦੀ ਕੁਝ ਵੀ, ਜੋ ਦਾਣੇ ਉਹ ਛਕਦੀ ਹੈ। ਇਸ ਤਰ੍ਹਾਂ ਬਿਲਕੁਲ ਸਿੱਖ ਲਈ ਪਹਿਲੀ ਚੀਜ਼ ਜਿਹੜੀ ਆ ਉਹਦਾ ਗੁਰੂ ਹੈ, ਭੋਜਨ ਬਾਅਦ ਵਿੱਚ ਆ। ਜਿਵੇਂ ਮੱਛੀ ਲਈ ਪਹਿਲਾਂ ਪਾਣੀ ਆ, ਭੋਜਨ ਬਾਅਦ 'ਚੋਂ ਆ। ਸਿੱਖ ਲਈ ਉਹਦਾ ਪਹਿਲਾਂ ਗੁਰੂ ਆ, ਬਾਅਦ ਵਿੱਚ ਬਾਕੀ ਸਾਰੀਆਂ ਚੀਜ਼ਾਂ ਨੇ। ਸਾਡੇ ਲਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਤੋਂ ਪਹਿਲਾਂ ਨੇ, ਬਾਕੀ ਚੀਜ਼ਾਂ ਬਾਅਦ 'ਚੋਂ ਆ। ਸਾਡੇ ਲਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਸਟਲੀ ਆ, ਬਾਕੀ ਚੀਜ਼ਾਂ ਸੈਕੰਡਲੀ ਆ। ਉਹ ਤੀਜੀਆਂ, ਚੌਥੀਆਂ, ਪੰਜਵੀਆਂ ਚੀਜ਼ਾਂ ਨੇ। ਅਸੀਂ ਪਤਾ ਕੀ ਕੀਤਾ, ਉਹਨਾਂ ਚੀਜ਼ਾਂ ਨੂੰ ਪਹਿਲੇ ਨੰਬਰ 'ਤੇ ਰੱਖਿਆ, ਗੁਰੂ ਨੂੰ ਪਿੱਛੇ ਰੱਖਿਆ। ਬਸ ਗੁਰੂ ਦੀ ਬਾਣੀ ਆਪਾਂ ਤਾਂ ਹੀ ਸੁਣਨੀ ਆ, ਜਿਹੜੀ ਚੀਜ਼ ਪਿੱਛੇ ਕੀਤੀ ਆ ਉਹਨੂੰ ਅੱਗੇ ਲਿਆਈਏ, ਜਿਹੜੀ ਅੱਗੇ ਕੀਤੀਆਂ ਨੇ ਉਹਨਾਂ ਨੂੰ ਪਿੱਛੇ ਲਿਆਈਏ। ਉਹ ਚੀਜ਼ਾਂ ਸੈੱਟ ਕਰਕੇ ਰੱਖਣ ਵਾਲੀਆਂ ਨੇ। ਜਿਵੇਂ ਘਰ ਦੇ ਵਿੱਚ ਆਪਾਂ ਜਾਂਦੇ ਹਾਂ, ਜਿਹੜੀ ਸਿਆਣੀ ਇਸਤਰੀ ਹੁੰਦੀ ਆ ਉਹਦੀ ਰਸੋਈ ਕਦੇ ਜਾ ਕੇ ਦੇਖਿਓ, ਇੱਕ ਇੱਕ ਚੀਜ਼ ਜਿਹੜੀ ਹੁੰਦੀ ਆ ਉਹ ਟਿਕਾ ਕੇ ਰੱਖੀ ਹੁੰਦੀ ਆ। ਜਦੋਂ ਆਪਾਂ ਚੀਜ਼ਾਂ ਨੂੰ ਜਿੱਥੇ ਰੱਖਣਾ ਉੱਥੇ ਨਹੀਂ ਰੱਖਦੇ, ਆਪਣਾ ਇੰਨਾ ਸਮਾਂ ਖਰਾਬ ਹੁੰਦਾ। ਜਦੋਂ ਲੱਭਣ ਜਾਂਦੇ ਆ ਕੋਈ ਚੀਜ਼, ਉਹ ਚੀਜ਼ ਨਹੀਂ ਲੱਭਦੀ, ਜਿਹੜੀ ਲੱਭਣੀ ਆ ਹੋਰ ਲੱਭ ਜਾਂਦੀ ਹੈ। ਚੀਜ਼ਾਂ ਨੂੰ ਜਿੱਥੇ ਜਗ੍ਹਾ 'ਤੇ ਰੱਖਣਾ ਉੱਥੇ ਜਦੋਂ ਆਪਾਂ ਨਹੀਂ ਰੱਖਦੇ, ਕੀ ਹੁੰਦਾ, ਜਦੋਂ ਜਿਹੜੀ ਚੀਜ਼ ਦੀ ਲੋੜ ਆ ਲੱਭਣ ਉਹ ਜਾਂਦੇ ਆ, ਲੱਭ ਕੁਝ ਹੋਰ ਜਾਂਦਾ। ਜਿਹੜੀ ਸਿਆਣੀ ਬੀਬੀ ਹੁੰਦੀ ਆ, ਸਿਆਣੀਆਂ ਮਾਤਾਵਾਂ ਹੁੰਦੀਆਂ ਨੇ, ਉਹਨਾਂ ਦੀ ਕਦੇ ਰਸੋਈ ਵਿੱਚ ਜਾ ਕੇ ਦੇਖਿਓ, ਉਹ ਇੱਕ ਇੱਕ ਚੀਜ਼ ਨੂੰ, ਜਿੱਥੇ ਗਲਾਸ ਆ ਉੱਥੇ ਗਲਾਸ ਹੋਣਗੇ, ਜਿੱਥੇ ਕੱਪ ਆ ਉੱਥੇ ਕੱਪ ਹੋਣਗੇ,
ਇੱਥੇ ਲੂਣਦਾਨੀ ਰੱਖਣੀ ਆ ਜਗ੍ਹਾ ਟਿਕਾ ਕੇ, ਤੇ ਸਾਫ਼ ਸਫਾਈ ਕਰਕੇ ਉੱਥੇ ਰੱਖੋ। ਰਸੋਈ ਵੀ ਫਿਰ ਤਿਆਰ ਜਦੋਂ ਕੀਤੀ ਜਾਊ ਤਾਂ ਚੱਜ ਅਚਾਰ ਉਹਦੇ ਵਿੱਚ ਹੋਊਗਾ। ਸਲੀਕੇ ਨਾਲ ਬਣਿਆ ਹੋਇਆ ਖਾਣਾ ਦੇਖਣ ਤੋਂ ਹੀ ਸੋਹਣਾ ਲੱਗਦਾ। ਦੇਖਣ ਨਾਲ ਹੀ ਅੱਖਾਂ ਜਿਹੜੀਆਂ ਨੇ, ਆਪਾਂ ਕਹਿੰਦੇ ਅੱਖਾਂ ਨੇ ਨਾ ਖਾਧਾ ਤੇ ਮੂੰਹ ਨੇ ਕੀ ਖਾਣਾ, ਇਹ ਗੱਲਾਂ ਬਹੁਤ ਜ਼ਰੂਰੀ ਹੁੰਦੀਆਂ। ਤੇ ਸਫਾਈ ਵਿੱਚ ਰੱਬ ਵਸਦਾ, ਭਗਤ ਇਹ ਵੀ ਕਹਿੰਦੇ ਆ ਸਫਾਈ ਵਿੱਚ ਰੱਬ ਵਸਦਾ। ਸਫਾਈ ਨਹੀਂ ਤਾਂ ਪਰਮਾਤਮਾ ਦਾ ਗੰਦਗੀ 'ਚ ਵਾਸ ਨਹੀਂ ਹੋ ਸਕਦਾ। ਤਾਂ ਇਹ ਤਾਂ ਇੱਕ ਉਦਾਹਰਨ ਸੀਗੀ। ਹੁਣ ਸਾਡਾ ਜਿਹੜਾ ਮਨ ਆ ਉਹਦੇ ਅੰਦਰ ਖਿਲਰੀਆਂ ਚੀਜ਼ਾਂ ਨੇ, ਕੋਈ ਕਿੱਧਰ ਪਈ ਆ, ਕੋਈ ਕਿੱਧਰ ਪਈ ਆ। ਗੁਰੂ ਪਤਾ ਹੀ ਨਹੀਂ, ਗੁਰੂ ਤਾਂ ਪਤਾ ਹੀ ਨਹੀਂ ਬਾਹਲਾ ਪਿੱਛੇ ਕੀਤਾ ਪਿਆ। ਗੁਰੂ ਮਹਾਰਾਜ ਦਾ ਪਿਆਰ ਉਹਨੂੰ ਪਹਿਲੇ ਨੰਬਰ 'ਤੇ ਟਿਕਾਉਣਾ ਹੈ। ਫਿਰ ਉਦੋਂ ਬਾਅਦ ਚਲੋ ਆਪਾਂ ਕਹਿੰਦੇ ਆਪਣਾ ਪਰਿਵਾਰ ਆ, ਉਦੋਂ ਬਾਅਦ ਫਿਰ ਬਾਕੀ ਚੀਜ਼ਾਂ ਨੇ। ਪੈਸਾ ਵਾ, ਪੈਸਾ ਪਹਿਲੇ ਨੰਬਰ 'ਤੇ ਆਇਆ ਫਿਰਦਾ, ਗੁਰੂ ਉੱਥੇ ਪਤਾ ਹੀ ਨਹੀਂ ਵੀ ਕਿੱਥੇ ਪਿਆ। ਤਾਂ ਮਨ ਦੀ ਜਿਹੜੀ ਸੈਟਿੰਗ ਆ ਉਹ ਉਲਝੀ ਪਈ ਆ। ਉਹਨੂੰ ਠੀਕ ਕਰਨ ਲਈ ਬਾਣੀ ਹੁੰਦੀ ਹੈ, ਉਹਨੂੰ ਠੀਕ ਕਰਨ ਲਈ ਅੰਮ੍ਰਿਤ ਵੇਲਾ ਹੁੰਦਾ। ਤਾਂ ਕਰਕੇ ਗੁਰੂ ਮਹਾਰਾਜ ਸਭ ਕੁਝ ਜਾਣਦੇ ਹੁੰਦੇ ਆ। ਇਹ ਨਾ ਸੋਚੋ ਤੁਸੀਂ ਮਨ ਦੇ ਵਿੱਚ ਕੁਝ ਸੋਚ ਲਿਆ ਤੇ ਗੁਰੂ ਨੂੰ ਪਤਾ ਹੀ ਨਹੀਂ ਲੱਗਿਆ। ਹਾਂ, ਹੋ ਸਕਦਾ ਮੈਂ ਤੁਹਾਡੇ ਬਾਰੇ ਕੁਝ ਬੁਰਾ ਲੋਚਦਾ, ਤੁਹਾਨੂੰ ਨਹੀਂ ਪਤਾ ਲੱਗਿਆ, ਗੁਰੂ ਸਾਹਿਬ ਨੂੰ ਪਤਾ ਵਾ, ਰੱਬ ਨੂੰ ਪਤਾ ਵਾ। ਅਸੀਂ ਬੰਦੇ ਨੂੰ ਬੇਵਕੂਫ ਬਣਾ ਸਕਦੇ ਹਾਂ, ਰੱਬ ਨੂੰ ਨਹੀਂ। ਜਨਮ ਸਾਖੀ ਪੜ੍ਹ ਰਿਹਾ ਸੀ, ਉਹਦੇ ਵਿੱਚ ਇੱਕ ਬਹੁਤ ਪਿਆਰੀ ਸਾਖੀ ਆ, ਮੈਨੂੰ ਬਹੁਤ ਵਧੀਆ ਲੱਗੀ। ਗੁਰੂ ਨਾਨਕ ਸਾਹਿਬ ਜੀ ਏਮਨਾਬਾਦ ਗਏ, ਗੁਰੂ ਬਾਬਾ ਨਾਨਕ ਜੀ ਨਾਲ ਉਹਨਾਂ ਦੇ ਭਾਈ ਮਰਦਾਨਾ ਜੀ। ਇੱਕ ਸੇਵਕ ਆਇਆ ਇੱਕ ਟੋਕਰੀ ਲੈ ਕੇ, ਟੋਕਰੀ ਦੇ ਵਿੱਚ ਬਹੁਤ ਸਾਰੇ ਸੁੱਕੇ ਮੇਵੇ ਸੀ। ਸੁੱਕੇ ਮੇਵੇ ਤੋਂ ਭਾਵ ਅਖਰੋਟ, ਬਦਾਮ, ਕਾਜੂ, ਦਾਖਾਂ ਆਦਿ ਚੀਜ਼ਾਂ ਸਨ। ਗੁਰੂ ਬਾਬਾ ਜੀ ਨੂੰ ਆਖਿਆ ਕਿ ਪਿਆਰੇ ਜੀ ਇਹ ਤੁਹਾਡੇ ਲਈ ਲੈ ਕੇ ਆਇਆ। ਉਹ ਕਹਿਣ ਲੱਗੇ, ਫਿਰ ਸੰਗਤ ਸੀ ਸਜੀ ਹੋਈ, ਕਹਿੰਦੇ ਵਰਤਾ ਦਿਓ ਸੰਗਤ ਵਿੱਚ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਬਾਬੇ ਆਖਿਆ ਪਿਆਰੇ ਜੀ ਤੇ ਇਹ ਸਾਰੀਆਂ ਚੀਜ਼ਾਂ ਵੰਡ ਕੇ ਛਕੋ, ਇਕੱਲਿਆਂ ਨਹੀਂ ਛਕਣੀਆਂ, ਸਾਰਿਆਂ ਨੂੰ ਵਰਤਾ ਦਿਓ। ਉਹ ਜਿਹੜਾ ਸੇਵਕ ਸੀ ਕਹਿਣ ਲੱਗਾ, ਮਹਾਰਾਜ ਨਹੀਂ ਨਹੀਂ, ਆਪ ਜੀ ਆਪਣੇ ਹੱਥਾਂ ਦੇ ਨਾਲ ਵਰਤਾਓ, ਇਹ ਮੇਰੀ ਰੀਝ ਆ। ਗੁਰੂ ਨਾਨਕ ਸਾਹਿਬ ਜੀ ਅੱਗੇ ਟੋਕਰੀ ਕੀਤੀ, ਵੱਡੀ ਮਾਤਰਾ 'ਚ ਲੈ ਕੇ ਆਇਆ ਸੀ ਕਿਸੇ ਵਪਾਰੀ ਤੋਂ ਖਰੀਦ ਕੇ। ਤੇ ਜਦੋਂ ਫਿਰ ਉਹਨੇ ਅੱਗੇ ਕੀਤੀ ਟੋਕਰੀ, ਗੁਰੂ ਨਾਨਕ ਸਾਹਿਬ ਜੀ ਨੇ ਦਾਖਾਂ ਚੁੱਕੀਆਂ। ਜਦੋਂ ਵਰਤਾ ਰਹੇ ਆ ਨਾਲ ਨਾਲ ਦੱਸ ਰਹੇ ਆ, ਇਹ ਬਦਾਮ ਫਲਾਣੇ ਇਲਾਕੇ ਦੇ ਆ, ਇਹ ਦਾਖਾਂ ਬਜੌਰ ਦੀਆਂ ਨੇ, ਇਹ ਅਖਰੋਟ ਇੱਥੋਂ ਦੇ ਆ। ਉਹ ਕਹਿਣ ਲੱਗਾ, ਮਹਾਰਾਜ ਤੁਹਾਨੂੰ ਕਿਵੇਂ ਪਤਾ? ਕਿਉਂਕਿ ਉਹ ਜਾਣਦਾ ਸੀ ਜਿੱਥੋਂ ਵਪਾਰੀ ਚੱਲ ਕੇ ਆਇਆ ਸੀਗਾ, ਜਿੱਥੋਂ ਖਰੀਦੀਆਂ ਸੀ, ਉਹਨੂੰ ਤਾਂ ਪਤਾ ਸੀਗਾ। ਉਹਨੇ ਮਹਾਰਾਜ ਨੂੰ ਆਖਿਆ, ਗੁਰੂ ਜੀ ਸੱਚ ਦੱਸੋ ਇਹ ਤੁਹਾਨੂੰ ਕਿਵੇਂ ਪਤਾ ਦਾਖਾਂ ਬਜੌਰ ਦੀਆਂ ਨੇ, ਇਹ ਅਖਰੋਟ ਜਿਹੜੇ ਆ ਇਹ ਬਦਾਮ ਕਸ਼ਮੀਰ ਦੇ ਨੇ, ਕਿਵੇਂ ਆ ਸਭ ਕੁਝ? ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਪਿਆਰੇ ਜੀਓ ਪਤਾ ਇਹ ਸਾਨੂੰ ਕਿਉਂ ਪਤਾ? ਇਹ ਉਹੀ ਦਰਖਤ ਆ ਜਿੱਥੇ ਬੈਠ ਕੇ ਇਹਨਾਂ ਦੇ ਨੀਚੇ ਅਸੀਂ ਕੀਰਤਨ ਕਰਦੇ ਰਹੇ ਹਾਂ ਭਾਈ ਮਰਦਾਨਾ ਜੀ ਦੇ ਨਾਲ। ਇਹ ਉਸੇ ਦਰਖਤ ਦੀਆਂ ਹੀ ਇਹ ਸੁੱਕੇ ਮੇਵੇ ਤੁਸੀਂ ਲੈ ਕੇ ਆਏ ਹੋ, ਜੋ ਬਦਾਮ ਦੇ ਦਰਖਤ ਸੀ, ਬੂਟੇ ਸੀ, ਅਖਰੋਟ ਆਦਿ। ਉੱਥੇ ਅਸੀਂ ਕੀਰਤਨ ਕੀਤਾ, ਇਹ ਦਾਖਾਂ ਜਿੱਥੇ ਲੱਗਦੀਆਂ ਉੱਥੇ ਲਾਗੇ ਬਹਿ ਕੇ ਸਾਰੀਆਂ ਚੀਜ਼ਾਂ ਮਹਾਰਾਜ ਨੇ ਦੱਸੀਆਂ। ਅਤੇ ਉਹ ਸਿੱਖ ਜਿਹੜਾ ਸੀ ਨਿਹਾਲ ਹੋ ਗਿਆ ਕਿ ਗੁਰੂ ਮਹਾਰਾਜ ਮੈਂ ਤਾਂ ਇਹ ਬਾਬਰ ਸੀ ਜਦੋਂ ਆਇਆ, ਬਾਬਰ ਦੇ ਪਿੱਛੇ ਵਪਾਰੀ ਆਏ ਕੁਝ ਚੱਲ ਕੇ, ਪਹਿਲਾਂ ਬਾਬਰ ਦੀ ਫੌਜ ਲੰਘੀ ਆ, ਪਹਿਲਾਂ ਬਾਬਰ ਲੰਘਿਆ, ਉਸ ਤੋਂ ਬਾਅਦ ਕੁਝ ਵਪਾਰੀ ਬੰਦੇ ਆਏ ਸੀ, ਮੈਂ ਉਹਨਾਂ ਤੋਂ ਖਰੀਦ ਕੇ ਲੈ ਕੇ ਆਇਆ। ਗੁਰੂ ਮਹਾਰਾਜ ਬਿਲਕੁਲ ਸੱਚ ਆ ਜੋ ਤੁਸੀਂ ਕਹਿ ਰਹੇ ਹੋ, ਕਿਉਂਕਿ ਮੈਂ ਵਪਾਰੀਆਂ ਤੋਂ ਪੁੱਛਿਆ, ਉਹ ਚੀਜ਼ਾਂ ਸੁੱਕੇ ਮੇਵੇ ਵਧੀਆ ਕਿਸਮ ਦੇ ਹੋਣ, ਮੈਂ ਸੰਗਤ ਨੂੰ ਭੇਟਾ ਕਰਨੇ ਆਪਦੇ ਗੁਰੂ ਨੂੰ, ਤਾਂ ਉਹਨਾਂ ਨੇ ਦੱਸਿਆ ਸੀ ਦਾਖਾਂ ਬਜੌਰ ਦੀਆਂ ਨੇ, ਬਦਾਮ ਕਸ਼ਮੀਰ ਦੇ ਨੇ, ਇਸ ਤਰ੍ਹਾਂ ਕਰਕੇ ਆਖਿਆ ਸੀ ਗੁਰੂ ਪਾਤਸ਼ਾਹ ਜੀ। ਭਾਵ ਕਿ ਇੱਕ ਛੋਟਾ ਜਿਹਾ ਅਖਰੋਟ ਆ, ਬਦਾਮ ਆ, ਉਹ ਦੱਸ ਸਕਦੇ ਆ ਵੀ ਕਿਹੜੇ ਸ਼ਹਿਰ ਵਿੱਚ, ਕਿਹੜੇ ਇਲਾਕੇ ਤੋਂ ਆਇਆ, ਤੇਰੇ ਸਿੱਖਾ ਮਨ 'ਚ ਕੀ ਚੱਲਦਾ, ਤੇ ਗੁਰੂ ਨੂੰ ਨਾ ਪਤਾ ਹੋਊਗਾ? ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹ ਦੱਸ ਸਕਦੇ ਆ ਕਿਹੜਾ ਬਦਾਮ ਕਿਹੜੇ ਇਲਾਕੇ ਦੇ ਵਿੱਚ
ਕਿੰਨੇ ਨੰਬਰ ਤੇ ਦਰਖਤ ਖੜਾ ਉਹਨੂੰ ਲੱਗਾ ਸੀ ਇਹ, ਉਹਦੇ ਥੱਲੇ ਬਹਿ ਕੇ ਅਸੀਂ ਕੀਰਤਨ ਕੀਤਾ, ਉਹਦਾ ਹੀ ਇਹ ਫਲ ਆ। ਤੇ ਸਿੱਖਾ ਤੂੰ ਮਨ 'ਚ ਸੋਚੀ ਜਾਂਦਾ ਕਿਸੇ ਬਾਰੇ ਗਲਤ, ਤੂੰ ਈਰਖਾ ਕਰੀ ਜਾਂਦਾ ਤੇ ਤੂੰ ਗੁਰੂ ਨੂੰ ਖੇਡ ਸਮਝ ਲਿਆ ਤੇ ਗੁਰੂ ਨੂੰ ਪਤਾ ਨਹੀਂ ਲੱਗਣਾ। ਲੋਗਣ ਰਾਮ ਖਿਲਾਉਣਾ ਜਾਨਾ, ਮਾਥੇ ਤਿਲਕ ਹੱਥ ਮਾਲਾ ਬੰਨ, ਤੂੰ ਗੁਰੂ ਨੂੰ ਨਿਆਣਾ ਸਮਝ ਲਿਆ, ਭਾਵ ਕਿ ਤੂੰ ਗੁਰੂ ਨੂੰ ਖੇਡ ਸਮਝ ਲਿਆ। ਭਗਤ ਕਬੀਰ ਜੀ ਦੇ ਬਚਨ ਆ, ਮੱਥੇ ਤੇ ਤਿਲਕ ਲਾ ਲਓ, ਧੋਤੀ ਬੰਨ੍ਹ ਲਓ, ਹੱਥ 'ਚ ਮਾਲਾ ਫੜ ਲਓ, ਦੁਨੀਆ ਨੂੰ ਬੇਵਕੂਫ ਬਣਾ ਲਓਗੇ। ਰੱਬ ਕੋਈ ਬੱਚਿਆਂ ਦੀ ਖੇਡ ਨਹੀਂ, ਉਹਦੀ ਬੰਦਗੀ, ਇਹਨੂੰ ਬੇਵਕੂਫ ਬਣਾ ਲਓਗੇ। ਪਰਮਾਤਮਾ ਸਭ ਜਾਣਦਾ, ਗੁਰੂ ਸਭ ਜਾਣਦਾ ਹੈ। ਗੁਰੂ ਮਹਾਰਾਜ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਜਿਹੜੇ ਇਹ ਦੱਸ ਸਕਦੇ ਆ ਇਹ ਦਾਖਾਂ ਕਿੱਥੋਂ ਆਈਆਂ ਤੇ ਤੇਰੇ ਅੰਦਰ ਕੀ ਚੱਲ ਰਿਹਾ ਇਹ ਨਹੀਂ ਦੱਸ ਸਕਦੇ। ਤਾਂ ਜਨਮ ਸਾਖੀ ਵਿੱਚ ਹੋਰ ਵੀ ਬਹੁਤ ਕੁਝ ਪਿਆਰਾ, ਅੱਜ ਦੇ ਦੀਵਾਨ ਵਿੱਚ ਇਤਨਾ ਹੀ ਹੈ। ਸੋ ਭਾਈ ਨੰਦ ਲਾਲ ਜੀ ਜੋ ਕਹਿੰਦੇ ਨੇ, ਹੇ ਵੈਦ ਜੀ, ਬੇਦਰਦ ਜਿਹੜੇ ਲੋਕ ਹੁੰਦੇ ਆ, ਪੱਥਰ ਵਰਗੇ ਲੋਕ ਹੁੰਦੇ ਆ, ਉਹਨਾਂ ਨੂੰ ਦੱਸੋ ਦਵਾਈ ਕੀ ਕੰਮ ਕਰ ਸਕਦੀ ਗੁਰੂ ਦੀ। ਤੇਰੇ ਜੇ ਪੈਰ ਹੀ ਲੰਗੜੇ ਆ ਤਾਂ 10 ਬੰਦਿਆ ਰਾਹ ਦਿਖਾਉਣ ਵਾਲਾ ਕੀ ਕਰੇ। ਰੱਬ ਤੇਰੇ ਬਿਲਕੁਲ ਸਾਹਮਣੇ ਆ, ਉਹਨੇ ਕਿਹੜਾ ਘੁੰਡ ਕੱਢਿਆ ਹੋਇਆ ਭਾਈ ਨੰਦ ਲਾਲ ਜੀ, ਉਹਨੇ ਕਿਹੜਾ ਬੁਰਕਾ ਪਾਇਆ ਹੋਇਆ, ਉਹ ਤਾਂ ਸਾਰਿਆਂ ਦੇ ਦਿਲਾਂ 'ਚ ਵੱਸਦਾ, ਉਹ ਤਾਂ ਤੇਰੇ ਬਿਲਕੁਲ ਸਾਹਮਣੇ ਹੀ ਆ, ਪਰ ਤੈਨੂੰ ਨਜ਼ਰ ਨਹੀਂ ਆਉਣਾ। ਤੂੰ ਤਾਂ ਹੰਕਾਰ 'ਚ, ਤੇਰੇ ਉੱਤੇ ਪਰਦਾ ਪਿਆ ਹੋਇਆ, ਸਗੋਂ ਉਹਨੇ ਕੋਈ ਘੁੰਡ ਨਹੀਂ ਕੱਢਿਆ, ਉਹ ਬਿਲਕੁਲ ਸਾਹਮਣੇ ਆ, ਉਹ ਤੇਰੇ ਅੱਗੇ ਹੀ ਆ, ਪਰ ਤੂੰ ਸਗੋਂ ਘੁੰਡ ਕੱਢ ਕੇ ਰੱਖਿਆ ਹਉਮੈ ਵਾਲਾ, ਤਾਂ ਨਹੀਂ ਤੈਨੂੰ ਦਿਖਦਾ। ਇਹ ਭਾਈ ਨੰਦ ਲਾਲ ਜੀ ਦੇ ਬਚਨ। ਆਓ ਗੁਰੂ ਮਹਾਰਾਜ ਦਾ ਨਾਮ ਜਪੀਏ, ਜੋ ਦਿਲਾਂ ਦੀਆਂ ਜਾਣਨ ਵਾਲੇ ਆ। ਗੁਰੂ ਮਹਾਰਾਜ ਕਿਰਪਾ ਕਰਨ, ਕੀਤੀ ਵਿਚਾਰ ਹਿਰਦਿਆਂ 'ਚ ਵਸੇ। ਗੁਰੂ ਨਾਨਕ ਸਾਹਿਬ ਦੀ ਸ਼ਾਨ ਬਹੁਤ ਉੱਚੀ ਹੈ, ਬੋਲਦਿਆਂ ਤੋਂ ਇੱਕ ਨਹੀਂ ਕਰੋੜਾਂ ਗਲਤੀਆਂ ਹੋ ਜਾਂਦੀਆਂ। ਸੰਗਤ ਤੇ ਗੁਰੂ ਮਹਾਰਾਜ ਬਖਸ਼ਣ ਯੋਗ ਹਨ, ਬਖਸ਼ ਲੈਣ, ਅੱਗੇ ਵਾਸਤੇ ਆਪਣਾ ਪਿਆਰ ਬਖਸ਼ਣ। ਆਓ ਰਲ ਮਿਲ ਕੇ ਆਪਾਂ ਵਾਹਿਗੁਰੂ ਕਹੀਏ ਜੀ, ਵਾਹਿਗੁਰੂ ਕਹੀਏ, ਸਦਾ ਸੁਖੀ ਰਹੀਏ। ਵਾਹਿਗੁਰੂ ਬੋਲੀਏ, ਕਦੇ ਵੀ ਨਾ ਡੋਲੀਏ। ਵਾਹਿਗੁਰੂ ਜਪੀਏ, ਕਦੇ ਵੀ ਨਾ ਕੀਏ। ਵਾਹਿਗੁਰੂ ਜਪੀਏ, ਕਦੇ ਵੀ ਨਾ ਥੱਕੀਏ। ਵਾਹਿਗੁਰੂ 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 ਦੇਹੋ ਸੱਜਣ ਅਸੀਸੜੀਆਂ, ਕਿਉਂ ਹੋਵੇ ਸਾਹਿਬ ਸੋ